हाँ जी, सत श्री अकाल। मैं ਕੁਲਦੀਪ ਸਿੰਘ ਸਿੱਧੂ। ਉਮੀਦ ਹੈ ਕਿ ਤੁਸੀਂ ਪੂਰਾ ਜੀ ਜਾਨ ਲਾ ਕੇ ਤਿਆਰੀ ਕਰ ਰਹੇ ਹੋਵੋਗੇ, ਹੈ ਨਾ? ਸੋ ਉਸੇ ਤਿਆਰੀ ਦੇ ਵਿੱਚ ਹੀ ਥੋੜ੍ਹਾ ਜਿਹਾ ਇਨਕਰੀਮੈਂਟ ਕਰਨ ਦੇ ਲਈ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪਟਵਾਰੀ ਦੇ ਪੁਰਾਣੇ ਕੁਐਸਚਨ। 2021 ਦੇ ਵਿੱਚ 2 ਪੇਪਰ ਹੋਏ ਸੀ, ਇੱਕ ਪ੍ਰੀ ਹੋਇਆ ਸੀ, ਇੱਕ ਮੇਨ ਹੋਇਆ ਸੀ। ਉਹਦੇ ਵਿੱਚੋਂ ਹੀ ਆਪਾਂ ਪੁਰਾਣੇ ਕੁਐਸਚਨ ਦੇਖਾਂਗੇ, ਕਿਉਂਕਿ ਤਿਆਰੀ ਆਪਾਂ ਚਾਹੇ ਕਨਸੈਪਟ ਸਾਰੇ ਪੜ੍ਹ ਲਈਏ, ਹੈ ਨਾ? ਪਰ ਪੁਰਾਣੇ ਕੁਐਸਚਨ ਹੀ ਆਪਾਂ ਨੂੰ ਸੇਧ ਦਿੰਦੇ ਨੇ ਕਿ ਜੋ ਅਸੀਂ ਪੜ੍ਹਿਆ ਉਸ ਚੀਜ਼ ਦੀ ਵੈਲੀਡੇਸ਼ਨ ਪੁਰਾਣੇ ਕੁਐਸਚਨਾਂ ਤੋਂ ਆਪਾਂ ਨੂੰ ਮਿਲਦੀ ਹੈ। ਸੋ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਪਹਿਲਾਂ ਪ੍ਰੀ ਦੇ ਦੇਖਾਂਗੇ, ਫਿਰ ਆਪਾਂ ਮੇਨ ਦੇ ਦੇਖਾਂਗੇ, ਤੇ ਜੇ ਸਮਾਂ ਹੋਇਆ ਤਾਂ ਆਪਾਂ 2016 ਵਾਲੇ ਵੀ ਕੁਐਸਚਨ ਦੇਖਾਂਗੇ, ਠੀਕ ਹੈ? ਸੋ ਜੇਕਰ ਤੁਸੀਂ ਨਵੇਂ ਜੁੜੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਆਪਣੇ ਚੈਨਲ ਤੇ ਜਾਓ, ਤਾਂ ਉੱਥੇ ਜਾ ਕੇ ਪਲੇਲਿਸਟ ਜਿਹਨੂੰ ਤੁਸੀਂ ਕਲਿੱਕ ਕਰੋਗੇ ਤਾਂ ਉੱਥੇ ਤੁਹਾਨੂੰ ਮਿਲੂਗਾ ਪੰਜਾਬ ਪਟਵਾਰੀ ਐਗਜ਼ਾਮ। ਇਹਦੀਆਂ ਸਾਰੀਆਂ ਪਲੇਲਿਸਟ ਮਿਲਣਗੀਆਂ। ਸੋ ਇੱਥੋਂ ਤੁਸੀਂ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓਜ਼ ਨੇ, ਜਿੱਥੇ ਗ੍ਰੈਂਡ ਸੀਰੀਜ਼ ਆਪਾਂ ਡਿਸਕਸ ਕੀਤੀ ਹੈ। ਸਾਰੇ ਜਿਹੜੇ ਕੁਐਸਚਨ ਨੇ ਉਹ ਆਪਾਂ ਚੈਪਟਰ ਵਾਈਜ਼ ਡਿਸਕਸ ਕਰ ਰਹੇ ਹਾਂ, ਜਿਹਦਾ ਲੈਵਲ 1 ਕੰਪਲੀਟ ਹੋ ਚੁੱਕਿਆ ਹੈ। ਸੋ ਇਹ 4 ਮੈਰਾਥਨ ਪਈਆਂ ਨੇ, ਇਹ ਵੀ PEET+B ਐਗਜ਼ਾਮ ਦੇ ਲਈ ਹੀ ਆਪਾਂ ਬਣਾਈਆਂ ਸੀ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤੇ ਇੱਕ ਹੈ ਆਫਿਸ ਪ੍ਰੋਡਕਟਿਵਿਟੀ ਟੂਲ, ਇਹ ਵੀ ਤੁਸੀਂ ਜ਼ਰੂਰ ਦੇਖਣੀ ਹੈ। ਤੇ ਇਸ ਤੋਂ ਬਿਨਾਂ ਪੰਜਾਬ ਪੁਲਿਸ ਦੀ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ, ਪੁਰਾਣੇ ਸਾਰੇ ਬੰਦਿਆਂ ਨੂੰ ਪਤਾ ਹੀ ਹੈ। ਸੋ ਜੇਕਰ ਤੁਸੀਂ ਨਵੇਂ ਜੁੜੇ ਹੋ ਤਾਂ ਇਹ ਵਾਲੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਸਾਰੀਆਂ ਪਲੇਲਿਸਟ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਲਈ ਹੈ। ਤੇ ਇੱਕ ਤੁਹਾਨੂੰ ਹੋਰ ਥੋੜਾ ਦੱਸਣਾ ਚਾਹੂੰਗਾ ਕਿ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ। ਤੇ ਟਾਰਗੇਟ ਹੈ ਆਪਣਾ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪੇਪਰ ਤੱਕ ਆਪਾਂ 5000 ਜਾਂ 5K ਤੱਕ ਪਹੁੰਚਣਾ, ਹੈ ਨਾ? ਸੋ ਉਹਦੇ ਵਿੱਚ ਤੁਸੀਂ ਹੈਲਪ ਕਰ ਸਕਦੇ ਹੋ ਸਾਡੀ ਥੋੜੀ ਜੀ, ਹੈ ਨਾ? ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਪਟਵਾਰੀ ਦੇ ਪੁਰਾਣੇ ਕੁਐਸਚਨ ਨੇ। ਜਿਵੇਂ ਪਹਿਲਾ ਕੁਐਸਚਨ ਹੈ, all the logical and mathematical calculation done by the computer happens in on the। ਕਹਿੰਦਾ ਸਾਰੀਆਂ ਮੈਥਮੈਟੀਕਲ ਕੈਲਕੂਲੇਸ਼ਨਾਂ ਨੇ ਜਿਹੜੀਆਂ ਕੰਪਿਊਟਰ ਦੇ ਵਿੱਚ ਉਹ ਕਿੱਥੇ ਹੁੰਦੀਆਂ ਨੇ? ਸੋ ਆਨਸਰ ਮੈਨੂੰ ਲੱਗਦਾ ਤੁਸੀਂ ਸੋਚ ਹੀ ਲਿਆ ਹੋਣਾ। ਸਿਸਟਮ ਬੋਰਡ, ਸੈਂਟਰਲ ਕੰਟਰੋਲ ਯੂਨਿਟ, ਸੈਂਟਰਲ ਪ੍ਰੋਸੈਸਿੰਗ ਯੂਨਿਟ ਤੇ ਮਦਰਬੋਰਡ। ਸੋ ਹੁਣ ਦਾ ਆਨਸਰ ਤਾਂ ਇਹਦਾ ਹੈਗਾ ਸੀ। ਜਿਹੜਾ ਮਦਰਬੋਰਡ ਦੇ ਉੱਪਰ ਹੀ CPU ਲੱਗਿਆ ਹੁੰਦਾ, ਤਾਂ CPU ਦੇ ਵਿੱਚ ਹੀ ਸਾਰੀਆਂ ਪ੍ਰੋਸੈਸਿੰਗਸ ਹੁੰਦੀਆਂ ਨੇ। ਸੋ ਇਹਦਾ ਆਨਸਰ ਹੈਗਾ ਸੀ, ਹੈ ਨਾ? ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤੇ CPU ਦੇ ਵਿੱਚੋਂ ਹੋਰ ਕਿਹੜੇ ਦੇ ਨਾਲ ਲੱਗਦੇ ਸਵਾਲ ਪੁੱਛੇ ਜਾ ਸਕਦੇ ਉਹ ਤੁਹਾਨੂੰ ਮੈਂ ਦੱਸ ਦਿੰਦਾ। ਪਾਰਟਸ ਆਫ CPU ਪੁੱਛਿਆ ਜਾ ਸਕਦਾ ਹੈ। CPU ਦੇ 3 ਪਾਰਟ ਨੇ। ਪਹਿਲਾ ਪਾਰਟ ਹੈਗਾ ਕੰਟਰੋਲ ਯੂਨਿਟ, ਦੂਸਰਾ ਪਾਰਟ ਹੈ ਅਰਥਮੈਟਿਕ ਲੌਜਿਕ ਯੂਨਿਟ ALU ਜਿਹਨੂੰ ਕਿਹਾ ਜਾਂਦਾ ਹੈ, ਤੀਸਰਾ ਪਾਰਟ ਜਿਹੜਾ ਹੈ ਮੈਮਰੀ ਯੂਨਿਟ। ਮੈਮਰੀ ਦੇ ਵਿੱਚ ਫਰਦਰ ਆਪਣੇ ਕੋਲੇ 2 ਟਾਈਪਸ ਦੇ ਹੋ ਸਕਦੇ ਨੇ, 2 ਯੂਨਿਟ ਹੋ ਸਕਦੇ ਨੇ, ਰਜਿਸਟਰ ਐਂਡ ਕੈਸ਼, ਇਹ 2 ਟਾਈਪਸ ਨੇ। ਸੋ ਜੇ ਆਪਾਂ ਨੂੰ ਸ਼ਾਰਟਕਟ ਦੇ ਵਿੱਚ ਵੀ ਦੇ ਸਕਦਾ ਵੀ ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ, ਤੇ ਇੱਥੇ ਰਜਿਸਟਰ ਵੀ ਆ ਸਕਦਾ ਹੈ, ਮੈਮਰੀ ਯੂਨਿਟ ਵੀ ਆ ਸਕਦਾ ਹੈ, ਕੈਸ਼ੇ ਵੀ ਆ ਸਕਦਾ ਹੈ। ਸੋ ਤਿੰਨੇ ਆਪਸ਼ਨਾਂ ਹੋ ਸਕਦੀਆਂ ਨੇ, ਧਿਆਨ ਰੱਖਣਾ, ਠੀਕ ਹੈ? ਇੱਕ ਤਾਂ ਆਪਾਂ ਨੂੰ ਇਹ ਪੁੱਛਿਆ ਜਾ ਸਕਦਾ ਹੈ, ਇੱਕ ਆਪਾਂ ਨੂੰ ਪੁੱਛਿਆ ਜਾ ਸਕਦਾ ਵੀ CPU ਦੀ ਸਪੀਡ ਹੈ ਜਿਹੜੀ ਉਹ ਕਾਹਦੇ ਚ ਮੈਜ਼ਰ ਕਰਦੇ ਹਾਂ? ਆਪਾਂ ਹਰਟਸ ਦੇ ਵਿੱਚ ਮੈਜ਼ਰ ਕਰਦੇ ਹਾਂ। ਇਹ ਯੂਨਿਟਸ ਨੇ ਸਪੀਡ ਦੇ। ਇਟ ਕੈਨ ਬੀ ਕਿਲੋ ਹਰਟਸ ਹੋ ਸਕਦਾ ਹੈ, ਮੈਗਾ ਹਰਟਸ ਹੋ ਸਕਦਾ ਹੈ, ਗੀਗਾ ਹਰਟਸ ਹੋ ਸਕਦਾ ਹੈ, ਟੈਰਾ ਹਰਟਸ ਹੋ ਸਕਦਾ ਹੈ। ਸੋ ਜਿਹੜੇ ਨਾਰਮਲ ਆਪਣੇ ਜਿਹੜੇ ਪਰਸਨਲ ਯੂਜ਼ ਲਈ PC ਆਪਾਂ ਯੂਜ਼ ਕਰਦੇ ਆ, ਉਹਨਾਂ ਦੀ ਗੀਗਾ ਹਰਟਸ 2.4 ਗੀਗਾ ਹਰਟਸ ਸਪੀਡ ਹੈ ਜਿਹੜੀ ਉਹ ਜਰਨਲੀ ਆਪਣੇ ਸਿਸਟਮ ਤੇ ਹੁੰਦੀ ਹੈ। ਤੇ ਜਿਹੜੇ ਸਿਸਟਮ ਵੱਡੇ ਹੁੰਦੇ ਨੇ ਜਿਵੇਂ ਵਰਕ ਸਟੇਸ਼ਨ ਵਗੈਰਾ ਹੋ ਗਿਆ, ਉਹਨਾਂ ਦੀ ਸਪੀਡ ਹਾਈ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਠੀਕ ਹੈ? ਸੋ ਇਹ ਸਵਾਲ ਆਪਾਂ ਨੂੰ CPU ਦੇ ਰਿਗਾਰਡਿੰਗ ਪੁੱਛੇ ਜਾ ਸਕਦੇ ਨੇ। ਫਿਰ CPU ਜਾਂ OS ਨੂੰ ਕੁਝ ਹੋਰ ਵੀ ਕਹਿੰਦੇ ਆ, ਜਿਵੇਂ ਬ੍ਰੇਨ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ? ਤੁਹਾਨੂੰ ਸਾਰਿਆਂ ਨੂੰ ਪਤਾ ਹੈ CPU ਨੂੰ। ਹਾਰਟ ਆਫ ਕੰਪਿਊਟਰ ਵੀ ਕਿਹਨੂੰ ਕਿਹਾ ਜਾਂਦਾ? CPU ਨੂੰ। ਉਵੇਂ ਹੀ ਸੋਲ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ? ਆਪਰੇਟਿੰਗ ਸਿਸਟਮ ਨੂੰ। ਸੋ ਇਹਦੇ ਨਾਲ ਨੇੜੇ ਤੇੜੇ ਲੱਗਦੇ ਕੁਐਸਚਨ ਬਣ ਸਕਦੇ ਨੇ। ਅਗਲਾ ਸਵਾਲ ਹੈਗਾ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ। ਜਿੱਥੇ ਨੋਟ ਆ ਗਿਆ ਗੋਲਾ ਮਾਰ ਦੇਣਾ। ਜੇ ਆਨਲਾਈਨ ਬੈਠੇ ਹੋ ਤਾਂ ਰਫ ਕਾਪੀ ਤੇ ਲਿਖ ਲਓ ਵੀ ਨੋਟ ਪੁੱਛਿਆ ਹੋਇਆ। not one of the 4 major data processing function of a computer। ਕਹਿੰਦਾ 4 ਮੇਜਰ ਡੇਟਾ ਪ੍ਰੋਸੈਸਿੰਗ ਫੰਕਸ਼ਨ ਆਫ ਏ ਕੰਪਿਊਟਰ। ਕੰਪਿਊਟਰ ਦੇ ਮੇਨ 4 ਮੇਜਰ ਡੇਟਾ ਪ੍ਰੋਸੈਸਿੰਗ ਫੰਕਸ਼ਨ ਕਿਹੜੇ ਨੇ? ਸਭ ਤੋਂ ਪਹਿਲਾਂ ਹੁੰਦਾ ਇਨਪੁਟ। ਕੰਪਿਊਟਰ ਕੀ ਕਰਦਾ? ਇਨਪੁਟ ਲੈਂਦਾ, ਫਿਰ ਉਸ ਨੂੰ ਕੀ ਕਰਦਾ? ਪ੍ਰੋਸੈਸ ਕਰਦਾ। ਪ੍ਰੋਸੈਸਿੰਗ ਤੋਂ ਬਾਅਦ ਫਿਰ ਉਸ ਦਾ ਕੀ ਹੁੰਦਾ? ਸਟੋਰੇਜ ਆ ਜਾਂਦੀ ਹੈ, ਸਟੋਰ ਕਰਦਾ ਮੈਮਰੀ ਦੇ ਵਿੱਚ, ਤੇ ਫਿਰ ਆ ਜਾਂਦੀ ਹੈ ਆਊਟਪੁੱਟ ਕਰਦਾ ਹੈ ਜਾਂ ਪ੍ਰੈਜੈਂਟੇਸ਼ਨ, ਜਿੱਥੇ ਵੀ ਆਪਾਂ ਉਹਨੂੰ ਸ਼ੋ ਕਰਦੇ ਹਾਂ, ਚਾਹੇ ਸਕਰੀਨ ਤੇ ਸੌਫਟ ਕਾਪੀ ਹੋ ਸਕਦਾ ਹੈ, ਹਾਰਡ ਕਾਪੀ ਆਪਾਂ ਕਹਿ ਸਕਦੇ ਹਾਂ ਵੀ ਪ੍ਰਿੰਟ ਆਊਟਸ ਵਗੈਰਾ ਲੈ ਸਕਦੇ ਹਾਂ। ਸੋ ਇਹ 4 ਫੰਕਸ਼ਨਸ ਨੇ, ਇਹਨਾਂ ਦੇ ਵਿੱਚੋਂ ਹੀ ਆਹ ਡਰਾਈਵ ਕੀਤੇ ਨੇ। ਜਿਵੇਂ ਗੈਦਰਿੰਗ ਡੇਟਾ ਗੈਦਰ ਕਾਹਦੇ ਨਾਲ ਹੋਊਗਾ? ਇਨਪੁਟ ਦੇ ਨਾਲ। ਸੋ ਇਹ ਪਹਿਲਾ ਬਿਲਕੁਲ ਠੀਕ ਹੈ। ਸਟੋਰਿੰਗ ਡੇਟਾ ਆਪਾਂ ਇਹ ਕਰ ਹੀ ਚੁੱਕੇ ਹਾਂ, ਸਟੋਰ ਕਰਨਾ। ਪ੍ਰੋਸੈਸ ਕਰਨਾ ਵੀ ਕਰ ਚੁੱਕੇ ਹਾਂ। ਆਊਟਪੁੱਟ ਤੇ ਦੱਸਿਆ ਨਹੀਂ ਹੋਇਆ। ਸੋ ਆਨਸਰ ਇਹਦਾ B ਹੈ, ਐਨਾਲਾਈਜ਼ਿੰਗ ਦੀ ਡੇਟਾ ਔਰ ਇਨਫੋਰਮੇਸ਼ਨ। ਤੁਹਾਨੂੰ ਲੱਗਦਾ ਹੋਣਾ, ਜਾਂ ਮੋਸਟਲੀ ਜਿਹੜੇ ਬੰਦੇ ਟੈਕਨੀਕਲ ਬੈਕਗਰਾਊਂਡ ਦੇ ਨੇ ਉਹਨਾਂ ਨੂੰ ਇਹ ਆਨਸਰ ਲੱਗ ਸਕਦਾ ਵੀ ਐਨਾਲਾਈਜ਼ ਵੀ ਤਾਂ ਕਰਦਾ ਕੰਪਿਊਟਰ। ਜੇ ਆਪਾਂ ਬੇਸਿਕ ਫੀਚਰ ਦੀ ਗੱਲ ਕਰੀਏ, ਉੱਥੇ ਐਨਾਲਾਈਜ਼ ਨਹੀਂ ਕਰਦਾ।
ਹੁਣ ਆਪਾਂ ਐਮਾਜ਼ੋਨ ਦੇ ਵਿੱਚ ਬਹੁਤ ਸਾਰਾ ਡੇਟਾ ਜਨਰੇਟ ਹੁੰਦਾ ਹੈ। ਜੇ ਆਪਾਂ AI ਤੁਸੀਂ ਪੜ੍ਹਿਆ ਥੋੜਾ ਬਹੁਤ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਡੇਟਾ ਸਾਇੰਸ ਬਾਰੇ ਜੇ ਤੁਸੀਂ ਥੋੜਾ ਬਹੁਤ ਜਾਣਦੇ ਹੋ, ਫਿਰ ਤੁਹਾਨੂੰ ਲੱਗੂਗਾ ਵੀ ਯਾਰ ਐਨਾਲਾਈਜ਼ ਵੀ ਤਾਂ ਕਰਦਾ ਹੈ, ਪਰ ਅਸਲ ਦੇ ਵਿੱਚ ਐਨਾਲਾਈਜ਼ ਕਰਨ ਦੇ ਲਈ ਅਸੀਂ ਪ੍ਰੋਗਰਾਮ ਬਣਾਉਂਦੇ ਆ। ਯੂਜ਼ਰ ਇੱਕ ਪ੍ਰੋਗਰਾਮ ਬਣਾਉਂਦਾ ਹੈ, ਉੱਥੇ ਜਾ ਕੇ ਉਹਦੀ ਐਨਾਲਾਈਜੇਸ਼ਨ ਹੁੰਦੀ ਹੈ। ਤਾਂ ਜਿਹੜਾ ਇਹ ਬੇਸਿਕ ਫੰਕਸ਼ਨ ਦੇ ਵਿੱਚ ਨਹੀਂ ਆਉਂਦਾ। ਹੋਰ ਮੇਜਰ ਡੇਟਾ ਪ੍ਰੋਸੈਸਿੰਗ ਫੰਕਸ਼ਨ ਪੁੱਛਿਆ ਤਾਂ B ਆਨਸਰ ਇਹਦਾ, ਖਿਆਲ ਰੱਖਣਾ, ਠੀਕ ਹੈ। ਅਗਲਾ ਸਵਾਲ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ ਤੇ ਵਧੀਆ ਪੁੱਛਿਆ ਜਾ ਸਕਦਾ। ਕਹਿੰਦਾ ਡਿਲੀਟ ਕੀ ਯੂਜ਼ ਟੂ ਡਿਲੀਟ ਕਰੈਕਟਰ ਟੂ ਦੀ ਡੈਸ਼ ਆਫ ਦੀ ਕਰਸਰ। ਸਪੋਜ਼ ਕਰੋ ਇੱਕ ਲਾਈਨ ਹੈ, ਆਪਣਾ ਕਰਸਰ ਇੱਥੇ ਖੜਾ, ਇੱਥੇ ਪਟਵਾਰੀ ਤੇ ਖੜਾ ਲੈਂਦੇ ਆਪਾਂ, ਇੱਥੇ ਕਰਸਰ ਖੜਾ, ਜੇ ਮੈਂ ਡਿਲੀਟ ਕੀ ਦੱਬਾਂ ਕਿ ਇਧਰੋਂ ਡਿਲੀਟ ਹੋਣਗੇ ਕਿ ਇਧਰੋਂ, ਇਹਨੂੰ ਆਪਾਂ ਕਹਿ ਦਿੰਦੇ ਆ ਲੈਫਟ, ਹੈਗਾ ਹੀ ਲੈਫਟ ਕਹਿ ਕੀ ਦਿੰਦੇ ਆ, ਇਹ ਹੈਗਾ ਰਾਈਟ ਹੈਂਡ ਸਾਈਡ, ਹਨਾ। ਵੀ ਡਿਲੀਟ ਕੀ ਦੇ ਨਾਲ ਰਾਈਟ ਹੈਂਡ ਸਾਈਡ ਤੋਂ ਡਿਲੀਟ ਹੋਊਗਾ ਕਿ ਲੈਫਟ ਹੈਂਡ ਸਾਈਡ ਤੋਂ, ਤਾਂ ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਸੋਚਦੇ ਹੋ? ਸੋ ਲੈਫਟ ਤੋਂ ਤਾਂ ਬਿਲਕੁਲ ਨਹੀਂ ਹੋਊਗਾ। ਬੈਕ ਸਪੇਸ ਇਧਰ ਨੂੰ ਡਿਲੀਟ ਕਰਦਾ, ਇਧਰੋਂ ਡਿਲੀਟ ਕੀ ਦੇ ਨਾਲ ਜਾਂਦਾ ਰਾਈਟ ਤੋਂ, ਤੇ ਬੈਕ ਸਪੇਸ ਹੈਗਾ ਜਿਹੜਾ ਉਹ ਕਰਦਾ ਲੈਫਟ ਤੋਂ। ਤਾਂ ਇਹਦਾ ਆਨਸਰ ਫਿਰ ਕੀ ਆ ਗਿਆ ਆਪਣੇ ਕੋਲੇ? B ਆਨਸਰ ਆ ਰਾਈਟ ਤੋਂ। ਤਾਂ ਸ਼ਾਰਟਕਟ ਯਾਦ ਰੱਖਣੇ ਆ, ਸ਼ਾਰਟਕਟ ਤਾਂ ਨਹੀਂ ਕਹਿ ਸਕਦੇ ਇਹਨਾਂ ਨੂੰ, ਕੀ ਹੈ ਸ਼ਾਰਟਕਟ, ਕੀ ਨਹੀਂ ਕਹਿ ਸਕਦੇ, ਕੀਜ਼ ਨੇ, ਠੀਕ ਹੈ। ਸ਼ਾਰਟਕਟ ਮੈਂ ਵੈਸੇ ਹੀ ਲਿਖਿਆ। ਡਿਲੀਟ ਹੈਗਾ ਜਿਹੜਾ ਉਹ ਕਿੱਥੋਂ ਡਿਲੀਟ ਕਰਦਾ ਹੈ? ਰਾਈਟ ਹੈਂਡ ਸਾਈਡ ਤੋਂ। ਬੈਕ ਸਪੇਸ ਕਿੱਥੋਂ ਡਿਲੀਟ ਕਰਦਾ ਹੈ? ਲੈਫਟ ਹੈਂਡ ਸਾਈਡ ਤੋਂ। ਇਹ ਚੀਜ਼ ਦਾ ਖਿਆਲ ਰੱਖਣਾ। ਅਗਲਾ ਸਵਾਲ, ਐਨ ਈਮੇਲ ਅਕਾਊਂਟ ਇਨਕਲੂਡਸ ਏ ਸਟੋਰੇਜ ਏਰੀਆ ਆਫਨ ਕਾਲਡ। ਕਹਿੰਦਾ ਸਟੋਰੇਜ ਏਰੀਆ ਹੁੰਦਾ ਜਿਹੜਾ ਈਮੇਲ ਦੇ ਵਿੱਚ, ਉਹਨੂੰ ਕੀ ਬੋਲਦੇ ਆ? ਕੀ ਅਟੈਚਮੈਂਟ ਬੋਲਦੇ ਆ? ਬਿਲਕੁਲ ਨਹੀਂ ਬੋਲਦੇ। ਅਟੈਚਮੈਂਟ ਤਾਂ ਜਿਹੜੀ ਮੇਲ ਦੇ ਵਿੱਚ ਆਪਾਂ ਫਾਈਲ ਅਟੈਚ ਕਰਦੇ ਹਾਂ, ਚਾਹੇ ਉਹ ਵਰਡ ਫਾਈਲ ਹੈ, ਚਾਹੇ ਫੋਟੋ ਹੈ, ਚਾਹੇ PDF, ਉਹਨੂੰ ਅਟੈਚਮੈਂਟ ਬੋਲਦੇ ਆ। ਹਾਈਪਰਲਿੰਕ ਵੀ ਨਹੀਂ ਹੁੰਦਾ। ਹਾਈਪਰਲਿੰਕ ਕੀ ਹੁੰਦਾ? ਜਿਹੜੇ ਲਿੰਕ ਤੇ ਕਲਿੱਕ ਕਰਕੇ ਆਪਾਂ ਕਿਸੇ ਹੋਰ ਪੇਜ ਤੇ ਚਲੇ ਜਾਈਏ, ਕਲਿੱਕੇਬਲ ਲਿੰਕ, ਉਹਨੂੰ ਕੀ ਬੋਲਦੇ ਆ? ਹਾਈਪਰਲਿੰਕ। IP ਐਡਰੈਸ ਨਹੀਂ ਹੁੰਦਾ। IP ਐਡਰੈਸ ਜਿਵੇਂ 192.168.2.4, ਇਹ ਵੀ ਨਹੀਂ ਹੁੰਦਾ। ਇਹਦੇ ਨਾਲ ਲੱਗਦਾ ਹੀ ਮੈਂ ਤੁਹਾਨੂੰ ਸਵਾਲ ਦੱਸ ਦਿੰਦਾ, ਵੈਸੇ ਤੁਸੀਂ ਸਾਰੇ ਰਿਵੀਜ਼ਨ ਕਰ ਰਹੇ ਹੋਵੋਗੇ, ਹਨਾ, ਤਾਂ ਮੈਨੂੰ ਇਹ ਲੱਗਦਾ ਵੀ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਏ, ਕੋਈ ਦਿੱਕਤ ਵਾਲੀ ਗੱਲ ਨਹੀਂ, ਪਰ ਮੈਂ ਰਿਵੀਜ਼ਨ ਕਰਾ ਦੇਣਾ ਤੁਹਾਡੀ। IP ਐਡਰੈਸ ਹੁੰਦਾ ਜਿਹੜਾ ਇਹ 32 ਬਿਟ ਦਾ ਹੁੰਦਾ। ਤਾਂ IP ਦੋ ਤਰ੍ਹਾਂ ਦੇ ਹੁੰਦੇ ਨੇ, IPv4, IPv6। ਵੈਸੇ ਮੈਂ ਇਹ ਪੂਰੇ ਚੰਗੀ ਤਰ੍ਹਾਂ ਕਰਾਏ ਹੋਏ ਨੇ। ਜੇ ਤੁਸੀਂ ਚੈਪਟਰ ਵਾਈਜ਼ ਆਪਣੇ ਜਿਹੜੇ ਗ੍ਰੈਂਡ ਸੀਰੀਜ਼ ਵਾਲੇ ਸਾਰੀਆਂ ਵੀਡੀਓ ਨਹੀਂ ਦੇਖੀਆਂ, ਤੁਸੀਂ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ, ਮੈਂ ਸਾਰਾ ਕੁਝ ਕਰਾਇਆ ਹੋਇਆ। ਇੱਥੇ ਜਸਟ ਆਪਾਂ ਰਿਵੀਜ਼ਨ ਕਰ ਰਹੇ ਹਾਂ। IPv4 ਹੈਗਾ ਇਹ 32 ਬਿਟ ਦਾ ਹੁੰਦਾ ਜਾਂ 4 ਬਾਈਟ ਦਾ ਹੁੰਦਾ। 6 ਹੈਗਾ ਜਿਹੜਾ 128 ਬਿਟਸ ਦਾ ਹੁੰਦਾ ਤੇ 16 ਬਾਈਟਸ ਦਾ ਹੁੰਦਾ। 16 8 128, ਇੱਕ ਬਾਈਟ ਦੇ ਵਿੱਚ 8 ਬਿਟਸ ਹੁੰਦੀਆਂ ਨੇ, ਹਨਾ। ਸੋ ਇਹ 32 ਬਿਟ ਦਾ IP ਐਡਰੈਸ ਹੁੰਦਾ। IP ਐਡਰੈਸ ਕਾਹਦੇ ਲਈ ਵਰਤਿਆ ਜਾਂਦਾ? ਤਾਂ ਇਹ ਯੂਨੀਕਲੀ ਆਇਡੈਂਟੀਫਾਈ ਕਰਦਾ ਕੰਪਿਊਟਰ ਨੂੰ ਪੂਰੇ ਇੰਟਰਨੈਟ ਤੇ। ਇਹ ਜਿਹੜਾ ਪੇਪਰ ਹੋਇਆ ਸੀ ਪਿੱਛੇ ਜਿਹੇ ਅੰਗਣਵਾੜੀ ਸੁਪਰਵਾਈਜ਼ਰ ਦਾ, ਉਹਦੇ ਵਿੱਚ ਪੁੱਛਿਆ ਸੀ ਵੀ ਇੱਕ ਕੰਪਿਊਟਰ ਨੂੰ ਯੂਨੀਕਲੀ ਆਇਡੈਂਟੀਫਾਈ ਕੌਣ ਕਰਦਾ ਪੂਰੇ ਇੰਟਰਨੈਟ ਤੇ? ਤਾਂ ਉੱਥੇ ਕੀ ਸੀਗਾ? IP ਐਡਰੈਸ। ਸੋ ਇਹ ਵੀ ਆਨਸਰ ਨਹੀਂ ਹੈ। ਤਾਂ ਮੇਲ ਬਾਕਸ, ਮੇਲ ਬਾਕਸ ਇੱਕ ਡੱਬਾ ਹੁੰਦਾ ਜਿੱਥੇ ਸਾਡੀਆਂ ਸਾਰੀਆਂ ਮੇਲਾਂ ਸਟੋਰ ਹੁੰਦੀਆਂ ਨੇ, ਮੇਲਸ। ਤਾਂ ਇਹ ਡੱਬਾ ਕਿੱਥੇ ਹੁੰਦਾ? ਜਿਵੇਂ ਸਾਡੇ ਘਰਾਂ ਦੇ ਬਾਹਰ ਪੋਸਟ ਆਫਿਸ ਬਣਿਆ ਹੁੰਦਾ ਇੱਕ ਡੱਬਾ ਜਿਹਾ, ਵੀ ਮੀਂਹ ਮੂੰਹ ਪਏ ਤੋਂ ਜਿਹੜਾ ਹੈ ਉਹ ਉਹਦੀ ਸੁਰੱਖਿਆ ਕਰਦਾ ਹੈ ਨਾ, ਹੈਲਪ ਕਰਦਾ ਹੈ। ਉਵੇਂ ਹੀ ਸਾਡਾ ਆਨਲਾਈਨ ਕਲਾਊਡ ਤੇ ਸਪੇਸ ਦੇ ਵਿੱਚ ਸਾਡਾ ਇੱਕ ਬਾਕਸ ਬਣ ਜਾਂਦਾ ਹੈ। ਚਾਹੇ ਤੁਸੀਂ ਜੀਮੇਲ ਯੂਜ਼ ਕਰ ਰਹੇ ਹੋ, ਚਾਹੇ ਯਾਹੂ, ਤੁਹਾਡੀ ਇੱਕ ਜਗ੍ਹਾ ਬਣ ਜਾਂਦੀ ਹੈ। ਉਹ ਸਪੇਸ ਨੂੰ ਅਸੀਂ ਬੋਲ ਦਿੰਦੇ ਹਾਂ ਮੇਲ ਬਾਕਸ। ਉਹ ਏਰੀਆ ਹੁੰਦਾ ਮੇਲ ਬਾਕਸ। ਸੋ ਇਹਦਾ C ਆਨਸਰ ਹੈ। ਬੜੇ ਸੌਖੇ ਸਵਾਲ ਉਹਨੇ ਪੁੱਛੇ ਸੀ 2021 ਦੇ ਵਿੱਚ। ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਇਹਦੇ ਜਿੰਨੇ ਸੌਖੇ ਪੁੱਛੂਗਾ ਜਾਂ ਇਹੋ ਜਿਹੇ ਪੁੱਛੂਗਾ। ਇਹਨਾਂ ਤੋਂ ਇੱਕ ਆਈਡੀਆ ਹੋ ਜਾਂਦਾ ਆਪਾਂ ਨੂੰ। ਹੋ ਸਕਦਾ ਥੋੜੇ ਬਹੁਤ ਔਖੇ ਪੁੱਛ ਲਏ, ਤਾਂ ਉਹਦੇ ਲਈ ਹੈ ਤੁਸੀਂ ਪੂਰੀ ਮਿਹਨਤ ਕਰਨੀ ਹੈ। ਆਪਾਂ ਲੈਵਲ 2 ਸਟਾਰਟ ਕੀਤਾ, ਹੋ ਸਕਦਾ ਵੀ ਉਦੋਂ ਤੱਕ ਆਪਾਂ ਕੰਪਲੀਟ ਤਾਂ ਨਾ ਕਰਾ ਸਕੀਏ, ਪਰ ਐਟਲੀਸਟ ਜਿੰਨਾ ਕੰਮ ਕਰਾਇਆ ਉਹ ਤੁਸੀਂ ਕਰਕੇ ਜਾਇਓ। ਤੇ ਹੋ ਹੀ ਨਹੀਂ ਸਕਦਾ ਵੀ ਤੁਹਾਡੇ ਕੁਐਸਚਨ ਨਾ ਸੋਲਵ ਹੋਣ। ਆਉਣਾ ਇਹਨਾਂ ਦੇ ਵਿੱਚੋਂ ਹੀ, ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦੀਆਂ ਨੇ ਚੀਜ਼ਾਂ, ਹਨਾ। ਸੋ ਇਹਦੇ ਨਾਲ ਮੇਲ ਦੇ ਨਾਲ ਰਿਲੇਟਡ ਹੋਰ ਸਵਾਲ ਤੁਹਾਨੂੰ ਦੱਸ ਦੇਣਾ। ਇੱਕ ਤਾਂ ਹੈਗਾ ਵੀ ਈਮੇਲ ਦੇ ਵਿੱਚ ਮੈਕਸਿਮਮ ਕਿੰਨੇ ਸਾਈਜ਼ ਦੀ ਆਪਾਂ ਫਾਈਲ ਟ੍ਰਾਂਸਮਿਟ ਕਰ ਸਕਦੇ ਹਾਂ? ਤਾਂ ਆਪਾਂ ਯਾਦ ਰੱਖਣਾ ਮੈਕਸਿਮਮ 25 MB ਤੱਕ ਆਪਾਂ ਫਾਈਲ ਲੈਸ ਦੈਨ ਔਰ ਇਕੁਅਲ ਟੂ, ਜਾਂ ਤਾਂ 25 MB ਹੋਵੇ ਜਾਂ 25 ਤੋਂ ਘੱਟ ਹੋਵੇ, ਇੰਨਾ ਆਪਾਂ ਸਾਈਜ਼ ਟ੍ਰਾਂਸਮਿਟ ਕਰ ਦਿੰਦੇ ਹਾਂ। ਦੂਜੀ ਗੱਲ, ਈਮੇਲ ਦੇ ਜਿਹਨੂੰ ਆਪਾਂ ਈਮੇਲ ਡਿਲੀਟ ਕਰਦੇ ਹਾਂ ਉਹ ਕਿੱਥੇ ਜਾਂਦੀਆਂ ਨੇ? ਤਾਂ ਉਹ ਟਰੈਸ਼ ਫੋਲਡਰ ਦੇ ਵਿੱਚ ਜਾਂਦੀਆਂ ਨੇ, ਠੀਕ ਹੈ, ਟਰੈਸ਼। ਇਹ ਯਾਦ ਰੱਖਿਓ। ਤੇ ਜਿਹਨੂੰ ਕੰਪਿਊਟਰ ਦੇ ਵਿੱਚ ਫਾਈਲ ਆਪਾਂ ਡਿਲੀਟ ਕਰਦੇ ਹਾਂ ਉਹ ਕਿੱਥੇ ਜਾਂਦੀਆਂ? ਜਾਂ ਤਾਂ ਬਿਨ ਦੇ ਵਿੱਚ ਕਹਿ ਸਕਦੇ ਹਾਂ ਆਪਾਂ, ਬਿਨ ਦੇ ਵਿੱਚ ਜਾਂਦੀਆਂ ਨੇ, ਜਾਂ ਆਪਾਂ ਕਹਿ ਸਕਦੇ ਹਾਂ, ਇੱਕ ਹੁਣ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਤੁਸੀਂ ਕਮੈਂਟ ਕਰਕੇ ਦੱਸੋ ਕੰਪਿਊਟਰ ਦੇ ਵਿੱਚ ਫਾਈਲਾਂ ਨੇ ਜਿਹੜੀਆਂ ਆਪਾਂ ਡਿਲੀਟ ਕਰਦੇ ਹਾਂ ਉਹ ਕਿੱਥੇ ਜਾਂਦੀਆਂ ਨੇ? ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਆਪਣੇ ਸਕਰੀਨ ਤੇ ਬਣਿਆ ਹੁੰਦਾ। ਵੈਸੇ ਮੈਨੂੰ ਯਾਦ ਵੀ ਆ ਗਿਆ ਪਰ ਮੈਂ ਹੁਣ ਦੱਸਦਾ ਨਹੀਂ, ਤੁਸੀਂ ਕਮੈਂਟ ਕਰਕੇ ਦੱਸਿਓ ਵੀ ਫਾਈਲਾਂ ਕੰਪਿਊਟਰ ਦੇ ਸਵਾਲ ਪੁੱਛਿਆ ਗਿਆ ਵੀ ਕੰਪਿਊਟਰ ਦੇ ਵਿੱਚ ਫਾਈਲਾਂ ਡਿਲੀਟ ਕਰਦੇ ਹੋ ਕਿੱਥੇ ਜਾਂਦੀਆਂ ਨੇ? ਤੁਸੀਂ ਕਮੈਂਟ ਕਰਕੇ ਦੱਸਿਓ, ਠੀਕ ਹੈ। ਦੂਸਰਾ ਸਵਾਲ,
ਇਹ ਦੋਨੇ ਦੱਸ ਚੁੱਕੇ ਹਾਂ। ਅਗਲਾ ਜੇ ਸਵਾਲ ਪੁੱਛ ਲੇ ਵੀ ਕੰਪਿਊਟਰ ਦੇ ਵਿੱਚ ਮੇਲ ਸਟਾਰਟ ਕਦੋਂ ਹੋਈ, ਕੰਪਿਊਟਰ ਦੇ ਵਿੱਚ ਨਹੀਂ ਵੈਸੇ ਹੀ ਈਮੇਲ ਕਦੋਂ ਸਟਾਰਟ ਹੋਈ, ਤਾਂ 1965 ਦੇ ਵਿੱਚ। ਫਰਸਟ ਨੈਟਵਰਕ ਕਦੋਂ ਸਟਾਰਟ ਹੋਇਆ, 1969 ਦੇ ਵਿੱਚ। ਨਾਮ ਕੀ ਸੀਗਾ, ARPANET, ARPANET, ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ। ਇਹ ਨੈਟਵਰਕ 1969 ਦੇ ਵਿੱਚ ਸਟਾਰਟ ਹੋਇਆ। ਕਿਹਦੇ ਦੁਆਰਾ ਸਟਾਰਟ ਹੋਇਆ, ਡਿਪਾਰਟਮੈਂਟ ਆਫ ਡਿਫੈਂਸ, US ਮਿਲਟਰੀ। ਇਹ ਮਿਲਟਰੀ ਪਰਪਸ ਦੇ ਲਈ ਸਟਾਰਟ ਹੋਇਆ ਸੀ। ਤਾਂ 1965 ਦੇ ਵਿੱਚ ਮੇਲ ਸਟਾਰਟ ਹੁੰਦੀ ਹੈ, ਮੇਲ ਬਾਕਸ ਬਣ ਗਿਆ ਸੀ। ਬਟ ਇਹ ਮੇਲ ਉਦੋਂ ਨੈਟਵਰਕ ਤਾਂ ਹੈ ਹੀ ਨਹੀਂ ਸੀ, ਕਿਉਂਕਿ ਨੈਟਵਰਕ ਤਾਂ 1969 ਦੇ ਵਿੱਚ ਬਣਿਆ, ਫਸਟ ਨੈਟਵਰਕ ਹੈ। ਤਾਂ ਫਿਰ ਉਦੋਂ ਮੇਲ ਇੱਕੋ ਹੀ ਕੰਪਿਊਟਰ ਤੇ ਸੀ। ਇੱਕ ਕੰਪਿਊਟਰ ਤੇ ਮੰਨ ਲਓ 10 ਬੰਦੇ ਕੰਮ ਕਰਦੇ ਨੇ, 2-2 ਘੰਟਿਆਂ ਦੀਆਂ ਸ਼ਿਫਟ ਹੈ ਹਰ ਬੰਦੇ ਦੀਆਂ। ਤਾਂ ਪਹਿਲਾ ਬੰਦਾ ਜੇ 9ਵੇਂ ਨੂੰ ਮੈਸੇਜ ਕਰਨਾ ਚਾਹੁੰਦਾ ਤਾਂ ਆਪਣੇ ਕੰਪਿਊਟਰ ਤੇ ਦੂਜੇ ਬੰਦੇ ਦੇ ਮੇਲ ਬਾਕਸ 'ਚ ਮੈਸੇਜ ਪਾ ਦਿੰਦਾ ਸੀ। ਦੂਜਾ ਬੰਦਾ ਉਸੇ ਕੰਪਿਊਟਰ ਤੇ ਆ ਕੇ ਲੌਗਇਨ ਕਰਦਾ ਸੀ, ਤਾਂ ਉਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਮੇਲ ਭੇਜੀ ਪਈ ਹੈ, ਹਨਾ। ਫਿਰ ਜਦੋਂ 1969 ਦੇ ਵਿੱਚ ਨੈਟਵਰਕ ਬਣ ਗਿਆ, ਤਾਂ 1971 ਦੇ ਵਿੱਚ ਜਦੋਂ ਆਪਣੀ ਬੰਗਲਾਦੇਸ਼ ਦੀ ਪਾਕਿਸਤਾਨ ਨਾਲ ਲੜਾਈ ਹੋਈ ਸੀ, ਉਦੋਂ ਪਹਿਲੀ ਵਾਰੀ ਮੇਲ ਇਨਵੈਂਟ ਹੋਈ। ਤਾਂ ਉਹ ਬੰਦੇ ਦਾ ਨਾਮ ਕੀ ਸੀਗਾ, ਰੇ ਟੋਮਿਲਸਨ। ਇਹ ਯਾਦ ਰੱਖਣਾ। ਸੋ ਕੁਛ ਐਵੇਂ ਦੇ ਸ਼ਬਦ ਉਹਨੇ ਲਿਖੇ ਸੀ। ਜੇ ਸਵਾਲ ਪੁੱਛ ਲੇ ਵੀ ਪਹਿਲੀ ਮੇਲ ਕਦੋਂ ਸਟਾਰਟ ਹੋਈ, ਫਸਟ ਈਮੇਲ ਸਟਾਰਟਡ, ਤਾਂ ਆਨਸਰ ਆਊਗਾ 1965। ਜੇ ਪੁੱਛ ਲੇ ਫਸਟ ਨੈਟਵਰਕ ਮੇਲ ਕਦੋਂ ਸਟਾਰਟ ਹੋਈ ਜਾਂ ਪਹਿਲੀ ਮੇਲ ਸੈਂਟ ਕਦੋਂ ਹੋਈ, ਫਿਰ ਆਨਸਰ ਕੀ ਆਊਗਾ, 1971 ਦਾ। ਇਹ ਯਾਦ ਰੱਖਣੀ ਹੈ ਗੱਲ, ਠੀਕ ਹੈ, ਬਹੁਤ ਇੰਪੋਰਟੈਂਟ ਹੈ, ਇੱਕ ਵਾਰੀ ਪੁੱਛ ਚੁੱਕਿਆ ਉਹ। ਅਗਲਾ, ਮੇਲ ਦੇ ਦੋ ਪਾਰਟ ਹੁੰਦੇ ਨੇ। ਪਹਿਲਾ ਜਿਵੇਂ ਆਪਣੀ ਮੇਲ ਹੈ ਬਾਈਨਰੀ ਇੰਸਟਰਕਟਰ @gmail, ਪਹਿਲਾ ਪਾਰਟ ਇਹ ਹੈ, ਦੂਸਰਾ ਪਾਰਟ ਇਹ ਹੈ। ਸੈਪਰੇਟਰ ਕੀ ਹੈ, @। ਇਹ ਵੀ ਸਵਾਲ ਪੁੱਛਿਆ ਜਾ ਚੁੱਕਿਆ। ਅਗਲਾ ਸਵਾਲ ਕਹਿੰਦਾ ਵਿੱਚ ਕੀ ਕੰਬੀਨੇਸ਼ਨ ਯੂਜ਼ ਟੂ ਇਨਸਰਟ ਏ ਲਾਈਨ ਬ੍ਰੇਕ। ਲਾਈਨ ਬ੍ਰੇਕ ਕੀ ਹੁੰਦਾ, ਪਹਿਲਾਂ ਆਪਾਂ ਸਮਝ ਲੈਂਦੇ ਹਾਂ। ਲਾਈਨ ਬ੍ਰੇਕ ਹੋ ਸਕਦਾ ਹੈ, ਪੇਜ ਬ੍ਰੇਕ ਹੋ ਸਕਦਾ ਹੈ। ਜਿਵੇਂ ਆਹ ਦੇਖੋ, ਆ ਪੇਜ ਹੈ, ਪੇਜ ਲੇਆਊਟ ਦੇ ਵਿੱਚ ਜਾ ਕੇ, ਹਨਾ, ਤਾਂ ਇੱਥੇ ਆਪਾਂ ਜਾਂਦੇ ਹਾਂ ਬ੍ਰੇਕਸ, ਬ੍ਰੇਕਸ ਦੇ ਵਿੱਚ ਜਾ ਕੇ ਪੇਜ ਬ੍ਰੇਕ। ਆ ਦੇਖੋ, ਪਹਿਲੇ ਪੇਜ ਦਾ ਦੂਜੇ ਪੇਜ ਦੇ ਨਾਲੋਂ ਲਿੰਕ ਜਿਹੜਾ ਬ੍ਰੇਕ ਕਰ ਦਿੰਦੇ ਆ ਆਪਾਂ। ਪੇਜ ਨੰਬਰਿੰਗ ਵਗੈਰਾ ਦੂਜੇ ਪੇਜ ਤੇ ਆਪਾਂ ਅਲੱਗ ਰੱਖਣੀ ਆ। ਦੂਜੇ ਪੇਜ ਤੇ, ਪਹਿਲੇ ਪੇਜ ਤੇ ਆਪਾਂ ਐਂਟਰ ਮਾਰੀਏ, ਦੂਜੇ ਪੇਜ ਦੀਆਂ ਸੈਟਿੰਗਸ ਨਾ ਹੱਲਣ, ਤਾਂ ਆਪਾਂ ਨੂੰ ਪੇਜ ਬ੍ਰੇਕ ਲਾਉਣਾ ਪੈਂਦਾ। ਤਾਂ ਜਾਂ ਸਿੰਪਲੀ ਕਹ ਲਓ ਬ੍ਰੇਕ ਲਾਉਣਾ ਪੈਂਦਾ। ਤਾਂ ਬ੍ਰੇਕ ਦੇ ਵਿੱਚ ਪੇਜ ਬ੍ਰੇਕ ਹੋ ਸਕਦਾ ਹੈ, ਲਾਈਨ ਬ੍ਰੇਕ ਹੋ ਸਕਦਾ ਹੈ, ਤੇ ਸੈਕਸ਼ਨ ਬ੍ਰੇਕ ਹੋ ਸਕਦਾ, ਠੀਕ ਹੈ। ਸੋ ਇਸ ਬ੍ਰੇਕ ਦੇ ਲਈ ਆਪਾਂ ਸ਼ਾਰਟਕਟ ਆਪਾਂ ਯਾਦ ਰੱਖਣੇ ਨੇ। ਜਿਵੇਂ ਪੇਜ ਬ੍ਰੇਕ ਲਾਉਣਾ ਤਾਂ ਕੰਟਰੋਲ ਐਂਟਰ ਲੱਗੂਗਾ, ਤੇ ਜੇ ਆਪਾਂ ਲਾਈਨ ਬ੍ਰੇਕ ਲਾਉਣਾ ਤਾਂ ਸ਼ਿਫਟ ਐਂਟਰ ਲੱਗੂਗਾ, ਤੇ ਜੇ ਆਪਾਂ ਕਾਲਮ ਬ੍ਰੇਕ ਲਾਉਣਾ ਹੈ ਤਾਂ ਕੰਟਰੋਲ ਸ਼ਿਫਟ ਪਲੱਸ ਐਂਟਰ ਲੱਗੂਗਾ। ਸੋ ਇਹਨੂੰ ਯਾਦ ਕਰਨ ਦਾ ਤਰੀਕਾ ਕੀ ਹੈ, ਆਪਾਂ ਇੱਥੇ ਲਿਖ ਲੈਂਦੇ ਹਾਂ ਪੇਜ ਬ੍ਰੇਕ, ਲਾਈਨ ਬ੍ਰੇਕ, ਇੱਥੇ ਆਪਾਂ ਲਿਖ ਲੈਂਦੇ ਹਾਂ ਕਾਲਮ ਬ੍ਰੇਕ। ਪੇਜ ਬ੍ਰੇਕ ਦੇ ਵਿੱਚ ਐਂਟਰ ਤਾਂ ਦੇਖੋ ਸਾਰਿਆਂ 'ਚ ਹੀ ਲੱਗਣਾ, ਤਿੰਨਾਂ ਦੇ ਵਿੱਚ ਹੀ ਐਂਟਰ ਲੱਗਣਾ ਹੀ ਲੱਗਣਾ, ਤੁਹਾਨੂੰ ਯਾਦ ਰੱਖਣਾ ਪੈਣਾ, ਹਨਾ। ਤੇ ਜੇ ਇੱਥੇ ਆਪਾਂ ਸੀ ਲਾ ਦਈਏ, ਕੰਟਰੋਲ ਇੱਥੇ ਆਪਾਂ ਐਸ ਲਾ ਦਈਏ, ਤੇ ਇੱਥੇ ਆਪਾਂ CS ਲਾ ਦਈਏ, ਹਨਾ। ਤਾਂ ਆਹ ਚੀਜ਼ ਬਣ ਗਈ ਕਿ ਕੰਪਿਊਟਰ ਦੇ ਵਿੱਚ ਤੁਸੀਂ ਸ਼ਾਇਦ ਪੜ੍ਹਿਆ ਵੀ ਹੋਣਾ ਐਬਰੀਵੇਸ਼ਨਾਂ ਦੇ ਵਿੱਚ। PCB ਨੇ ਕੀ ਹੁੰਦਾ, PCB ਕੀ ਹੁੰਦਾ, ਪ੍ਰਿੰਟਡ ਸਰਕਟ ਬੋਰਡ। ਜਿਹੜਾ ਮਦਰਬੋਰਡ ਹੁੰਦਾ ਨਾ, ਉਹਨੂੰ PCB ਬੋਲਦੇ ਨੇ, ਪ੍ਰਿੰਟਡ ਸਰਕਟ ਬੋਰਡ ਜਾਂ ਮੋਵੋ। ਉਹ ਤੁਸੀਂ ਦੂਸਰੇ ਚੈਪਟਰ ਦੇ ਵਿੱਚ ਮੈਂ ਕਰਾਇਆ, ਉੱਥੇ ਪੜ੍ਹਿਆ ਹੋਣਾ। ਤਾਂ PCB, P ਤੋਂ ਆਪਣਾ ਕੀ ਹੈ, ਪੇਜ ਬ੍ਰੇਕ। ਪੇਜ ਬ੍ਰੇਕ ਦੇ ਵਿੱਚ C ਆ ਗਿਆ, C ਤੋਂ ਕੰਟਰੋਲ ਯਾਦ ਰੱਖਿਓ। LSB, ਇਹ ਵੀ ਆਪਣਾ ਯਾਦ ਕਰਨਾ ਸੌਖਾ ਹੈ, ਮੈਂ ਦੱਸ ਦੇਣਾ ਇਹਦਾ ਕੀ ਬਣਦਾ। L ਤੇ ਲਾਈਨ ਬ੍ਰੇਕ S। ਹੁਣ ਆਪਣੇ ਕੋਲੇ ਬਾਈਨਰੀ ਨੰਬਰ ਹੁੰਦੇ ਨੇ, ਜਿਵੇਂ 1011, ਹਨਾ। ਇਹਦੇ ਵਿੱਚ ਜਿਹੜੀ ਰਾਈਟ ਹੈਂਡ ਸਾਈਡ ਤੇ ਬਿਟ ਹੁੰਦੀ ਹੈ, ਇਹ ਹੁੰਦੀ ਹੈ MSB, ਮੋਸਟ ਸਿਗਨੀਫੀਕੈਂਟ ਬਿਟ। ਜਿਹੜੀ ਬਿਲਕੁਲ ਰਾਈਟ ਹੈਂਡ ਸਾਈਡ ਤੇ ਹੁੰਦੀ ਹੈ, ਇਹ ਹੁੰਦੀ ਹੈ LSB। LSB ਕੀ ਹੁੰਦਾ, ਲੀਸਟ ਸਿਗਨੀਫੀਕੈਂਟ ਬਿਟ। ਇਹਦੇ ਜ਼ਿਆਦਾ ਸਵਾਲ ਆਏ ਨਹੀਂ ਹੋਏ। ਜੇ ਮਤਲਬ 2016 ਚ ਇੱਕ ਸਵਾਲ ਆਇਆ, ਉੱਥੇ ਫਿਰ ਮੈਂ ਚੰਗੀ ਤਰ੍ਹਾਂ ਕਰਾਉਂਗਾ। MSB ਤੇ LSB। ਤੇ LSB ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਕੰਪਿਊਟਰ ਦੇ ਵਿੱਚ LSB ਵੀ ਹੁੰਦਾ, PCB ਵੀ ਹੁੰਦਾ। ਤਾਂ PCB ਦੇ ਵਿੱਚੋਂ ਆਪਣਾ ਬਣ ਗਿਆ ਪੇਜ ਬ੍ਰੇਕ ਦੇ ਵਿੱਚ ਕੰਟਰੋਲ ਲੱਗੂਗਾ, LSB ਦੇ ਵਿੱਚ ਸ਼ਿਫਟ ਲੱਗੂਗਾ। C ਤੇ ਕੰਟਰੋਲ, S ਤੇ ਸ਼ਿਫਟ। ਤਾਂ ਹੁਣ ਯਾਦ ਹੋ ਜਾਊਗਾ। ਜਿਹੜਾ ਕਾਲਮ ਬ੍ਰੇਕ ਹੈ, ਕਾਲਮ ਦਾ ਮਤਲਬ ਕੰਪਲੀਟ ਹੋ ਜਾਂਦਾ, ਦੋਨਾਂ ਨੂੰ ਐਡ ਕਰ ਦਿਓ, ਕੰਟਰੋਲ ਤੇ ਸ਼ਿਫਟ, ਤੇ ਨਾਲ ਐਂਟਰ ਲੱਗਣੇ ਲੱਗਣਾ, ਠੀਕ ਹੈ। ਸੋ ਇਸ ਤੋਂ ਬਿਨਾਂ ਜੇਕਰ ਤੁਹਾਨੂੰ ਕੋਈ ਵੀ ਹੋਰ ਲੌਜਿਕ ਲੱਗਦਾ ਕਿਸੇ ਸਵਾਲ ਦੇ ਵਿੱਚ, ਤੁਸੀਂ ਕਮੈਂਟ ਕਰਕੇ ਆਪਣਾ ਲੌਜਿਕ ਦੱਸ ਸਕਦੇ ਹੋ, ਆਪਾਂ ਸਾਰੇ ਬੰਦਿਆਂ ਨਾਲ ਸ਼ੇਅਰ ਕਰਾਂਗੇ। ਤਾਂ ਕੰਟਰੀਬਿਊਸ਼ਨ ਹੀ ਆਪਣਾ, ਤਾਂ ਲੋਗੋ ਹੀ ਇਹ ਰਿਪਰੈਜ਼ੈਂਟ ਕਰਦਾ ਹੈ, ਹਨਾ, ਵੀ ਹੈਲਪ ਕਰਨੀ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਦੀ। ਸੋ ਤੁਸੀਂ ਮੈਨੂੰ ਇਹਦਾ ਤਾਂ ਮੀਨਿੰਗ ਤੁਹਾਨੂੰ ਪਤਾ ਲੱਗ ਗਿਆ। ਇਹ ਵਾਲੀ ਲਾਈਨ ਦਾ ਤੁਸੀਂ ਮੈਨੂੰ ਮੀਨਿੰਗ ਦੱਸਿਓ, ਕਮੈਂਟ ਕਰਕੇ ਦੱਸਿਓ ਵੀ ਇਹਦਾ ਕੀ ਮਤਲਬ ਹੈ, ਠੀਕ ਹੈ। ਨਹੀਂ ਫਿਰ ਤੁਹਾਨੂੰ ਮੈਂ ਬਾਅਦ 'ਚ ਦੱਸੂਗਾ। ਸੋ ਇਹ ਸਵਾਲ ਜਿਹੜਾ ਆਇਆ ਹੋਇਆ, ਉਹਨੇ ਪੁੱਛਿਆ ਹੈਗਾ ਲਾਈਨ ਬ੍ਰੇਕ ਪੁੱਛਿਆ। ਤਾਂ ਲਾਈਨ ਬ੍ਰੇਕ LSB ਸੀਗਾ, ਤਾਂ ਸ਼ਿਫਟ ਤੇ ਐਂਟਰ, ਸ਼ਿਫਟ ਐਂਟਰ, ਤਾਂ ਫਿਰ ਪਹਿਲਾ ਆਨਸਰ ਹੈ। ਤਾਂ ਬੜਾ ਸੌਖਾ ਹੋ ਗਿਆ ਯਾਦ ਕਰਨਾ, ਹਨਾ। ਅਗਲਾ ਸਵਾਲ, ਵਿਚ ਸਾਈਨ ਯੂਜ਼ ਟੂ ਸਪੈਸੀਫਾਈ ਏ ਸੈੱਲ ਰੇਂਜ। ਸੈੱਲ ਰੇਂਜ ਨੂੰ ਕਿਸ ਤਰ੍ਹਾਂ ਸਪੈਸੀਫਾਈ ਕੀਤਾ ਜਾ ਸਕਦਾ, ਜਿਵੇਂ ਆਹ ਦੇਖੋ, ਆਹ ਪਹਿਲੀ ਰੋ ਹੈ ਤੇ ਉਹਦੇ ਵਿੱਚ 4 ਕਾਲਮ ਨੇ, ਪਹਿਲਾ, ਦੂਜਾ, ਤੀਜਾ, ਚੌਥਾ।
ਆਪਾਂ ਸਮ ਕਰ ਰਹੇ ਹਾਂ, ਕੋਈ ਵੀ ਫਾਰਮੂਲਾ ਜਾਂ ਫੰਕਸ਼ਨ ਲਾਉਣ ਤੋਂ ਪਹਿਲਾਂ ਉਹਦੇ ਮੂਰੇ ਇਕੁਅਲ ਟੂ ਲੱਗਦਾ। ਇਹ ਸਵਾਲ ਪੁੱਛਿਆ ਗਿਆ ਕਿ ਕਿਸੇ ਵੀ ਫਾਰਮੂਲਾ ਜਾਂ ਫੰਕਸ਼ਨਸ ਦੇ ਵਿੱਚ ਸਟਾਰਟ ਕਰਨ ਲਈ ਕਿਹਦੇ ਤੋਂ ਸਟਾਰਟ ਹੁੰਦਾ, ਤਾਂ ਇਕੁਅਲ ਟੂ ਸਿੰਬਲ ਤੋਂ, ਇਕੁਅਲ ਟੂ ਸਮ ਕਿੱਥੋਂ ਲੈ ਕੇ A1 ਤੋਂ, ਯਾਨੀ ਕਿ ਪਹਿਲੇ ਤੋਂ ਲੈ ਕੇ ਕਿੱਥੋਂ ਤੱਕ D ਤੱਕ। ਤਾਂ ਰੇਂਜ ਨੂੰ ਡਿਫਾਈਨ ਕਰਨ ਦੇ ਲਈ ਕਿਹੜਾ ਸਿੰਬਲ ਵਰਤਿਆ ਜਾਂਦਾ ਹੈ, ਕੋਲਨ। ਤਾਂ ਇਹ ਸਿੰਬਲ ਹੈਗਾ ਕੋਲਨ, ਤਾਂ ਆਨਸਰ ਹੈਗਾ A। ਠੀਕ ਹੈ, ਸੌਖਾ ਨਾ ਕੰਮ। ਅਗਲਾ, ਵਿਚ ਫੰਕਸ਼ਨ ਕੀ ਵਿਲ ਬੀ ਯੂਜ਼ ਟੂ ਐਂਟਰ ਦੀ ਕਰੰਟ ਟਾਈਮ ਇਨ ਵਰਕਸ਼ੀਟ ਸੈੱਲ ਜਾਂ ਐਕਸਲ ਦੇ ਵਿੱਚ। ਐਕਸਲ ਦੇ ਵਿੱਚ ਇੱਕ ਸੈੱਲ ਹੁੰਦਾ ਜਿਹੜਾ, ਉਹਦੇ ਵਿੱਚ ਕਰੰਟ ਟਾਈਮ ਨੂੰ ਐਂਟਰ ਕਰਨ ਦੇ ਲਈ ਕਿਹੜਾ ਵਰਤਿਆ ਜਾਂਦਾ ਆਪਣੇ ਕੋਲੇ, ਫੰਕਸ਼ਨ। ਨਾਓ ਕਰੰਟ ਟਾਈਮ, ਟਾਈਮ ਤੇ ਟਾਈਮ ਆਪਾਂ ਦੇਖ ਲੈਂਦੇ ਆ। ਸ਼ਾਰਟਕਟ ਦੇ ਫੰਕਸ਼ਨ ਕੀ ਨੇ, ਕੁਝ ਸ਼ਾਰਟਕਟ ਵੀ ਨੇ, ਫੰਕਸ਼ਨ ਵੀ ਨੇ, ਆਪਾਂ ਦੋਨੇ ਯਾਦ ਕਰ ਲੈਂਦੇ ਆ। ਕਰੰਟ ਡੇਟ ਐਂਟਰ ਕਰਨੀ ਹੈ, ਕੰਟਰੋਲ ਪਲੱਸ ਸੈਮੀਕੋਲਨ। ਇਹ ਸੈਮੀਕੋਲਨ ਹੈ, ਪਿਛਲੇ ਵਾਲਾ ਕੋਲਨ ਸੀ, ਆਹ ਵਾਲਾ ਕੋਲਨ ਹੁੰਦਾ। ਤਾਂ ਕੰਟਰੋਲ ਪਲੱਸ ਸੈਮੀਕੋਲਨ। ਕਰੰਟ ਟਾਈਮ ਦੇ ਲਈ ਕੰਟਰੋਲ ਸ਼ਿਫਟ ਪਲੱਸ ਸੈਮੀਕੋਲਨ, ਹਨਾ। ਤੇ ਜੇ ਆਪਾਂ ਫੰਕਸ਼ਨ ਦੀ ਗੱਲ ਕਰੀਏ ਤਾਂ ਟੂਡੇ ਫੰਕਸ਼ਨ ਕੀ ਕਰਦਾ, ਇਕੱਲੀ ਕਰੰਟ ਡੇਟ ਐਂਟਰ ਕਰਦਾ। ਤੇ ਜੇ ਆਪਾਂ ਡੇਟ ਤੇ ਟਾਈਮ ਐਂਟਰ ਕਰਨਾ ਹੈ ਤਾਂ ਫਿਰ ਨਾਓ ਫੰਕਸ਼ਨ। ਠੀਕ ਹੈ, ਤਾਂ ਜਿਵੇਂ ਆ ਦੇਖੋ, ਨਾਓ ਫੰਕਸ਼ਨ ਇਕੁਅਲ ਟੂ ਨਹੀਂ ਲਾਇਆ ਮੈਂ, ਵੈਸੇ ਥਿਊਰੀ ਲਿਖੀ ਹੈ, ਅਦਰਵਾਈਜ਼ ਇਕੁਅਲ ਟੂ ਆਊਗਾ, ਕਿਉਂਕਿ ਜੇ ਮੈਂ ਇਕੁਅਲ ਟੂ ਲਿਖਦਾ ਤਾਂ ਫਿਰ ਉਹਨੇ ਆਹ ਵੈਲਿਊ ਦੇ ਦੇਣੀ ਸੀ, ਫਿਰ ਤਾਂ ਫਾਰਮੂਲਾ ਬਣ ਜਾਣਾ ਸੀ, ਹਨਾ। ਸੋ ਆਹ ਦੇਖੋ, ਨਾਓ ਨੇ ਕੀ ਦਿਖਾਇਆ, ਡੇਟ ਤੇ ਟਾਈਮ, ਉਹੀ ਆਪਾਂ ਲਿਖਿਆ ਡੇਟ ਤੇ ਟਾਈਮ। ਟੂਡੇ ਨੇ ਕੀ ਦਿਖਾਇਆ, ਕੱਲੀ ਡੇਟ ਦਿਖਾਈ ਹੈ। ਤਾਂ ਆਪਾਂ ਨੂੰ ਪੁੱਛਿਆ ਕੀ ਹੈ, ਉਹਨੇ ਕਰੰਟ ਟਾਈਮ ਪੁੱਛਿਆ। ਤਾਂ ਟਾਈਮ ਦੇ ਨਾਲ ਜਿਹੜਾ ਹੈਗਾ ਉਹ ਟਾਈਮ ਟੂਡੇ ਤੋਂ ਤਾਂ ਆਪਾਂ ਨੂੰ ਦੱਸਦਾ ਨਹੀਂ, ਟੂਡੇ ਤਾਂ ਚਲੋ ਹੈ ਵੀ ਨਹੀਂ, ਟਾਈਮ ਹੁੰਦਾ ਨਹੀਂ, ਤਾਂ ਇਹਦਾ ਆਨਸਰ ਹੈ ਨਾਓ। ਨਾਓ ਫੰਕਸ਼ਨ ਹੈ, ਆਪਾਂ ਯਾਦ ਰੱਖਣਾ। ਠੀਕ ਹੈ, ਅਗਲਾ ਸਵਾਲ, ਇਨ MS ਵਰਡ ਸੁਪਰਸਕ੍ਰਿਪਟ ਸਬਸਕ੍ਰਿਪਟ ਸਟ੍ਰਾਈਕ ਥਰੂ ਇਜ਼ ਨੋਨ ਐਜ਼। ਕਹਿੰਦਾ ਇਹਨਾਂ ਨੂੰ ਕੀ ਕਿਹਾ ਜਾਂਦਾ। ਸੋ ਪਹਿਲਾਂ ਆਪਾਂ ਸਮਝ ਲੈਂਦੇ ਆ ਇਹ ਹੁੰਦੇ ਕੀ ਨੇ। ਜਿਵੇਂ ਮੈਂ ਲਿਖਤਾ ਬਾਈਨਰੀ ਇੰਸਟਰਕਟਰ, ਹਾਂ ਉੱਪਰ ਜਿਹੜਾ ਲਿਖਿਆ ਗਿਆ ਇਹ ਹੁੰਦਾ ਸੁਪਰਸਕ੍ਰਿਪਟ। ਕੁਲਦੀਪ ਸਿੰਘ ਥੱਲੇ ਲਿਖਤਾ ਇਹ ਹੁੰਦਾ ਸਬਸਕ੍ਰਿਪਟ। ਸਟ੍ਰਾਈਕ ਥਰੂ ਕੀ ਹੁੰਦਾ, ਜਿਹਦੇ ਆਪਾਂ ਵਿੱਚ ਲਾਈਨ ਮਾਰ ਦਈਏ ਉਹਨੂੰ ਕੀ ਕਿਹਾ ਜਾਂਦਾ, ਸਟ੍ਰਾਈਕ ਥਰੂ। ਤਾਂ ਹੁਣ ਆਪਾਂ ਸਮਝਦੇ ਹਾਂ ਬਾਈਨਰੀ ਇੰਸਟਰਕਟਰ। ਸੁਪਰਸਕ੍ਰਿਪਟ ਦੇ ਲਈ ਸ਼ਾਰਟਕਟ ਕੀ ਹੁੰਦਾ, ਕੰਟਰੋਲ ਪਲੱਸ ਸ਼ਿਫਟ ਪਲੱਸ ਪਲੱਸ। ਆਹ ਤਾਂ ਇੱਕ ਜੋੜਨ ਵਾਲਾ ਪਲੱਸ ਸੀ, ਉਦੋਂ ਤਾਂ ਪਲੱਸ ਹੁੰਦਾ ਇੱਕ। ਠੀਕ ਆ, ਸਬਸਕ੍ਰਿਪਟ ਦੇ ਲਈ ਕੰਟਰੋਲ ਪਲੱਸ ਇਕੁਅਲ ਟੂ, ਬੜੇ ਸੌਖੇ ਯਾਦ ਰੱਖਣੇ, ਹਨਾ। ਸੋ ਫੌਂਟ ਦੇ ਵਿੱਚ ਇਹ ਵੀ ਚੀਜ਼ ਪੁੱਛੀ ਜਾ ਸਕਦੀ ਹੈ, ਜਿਵੇਂ ਫੌਂਟ, ਆਹ ਫੌਂਟ ਹੁੰਦੇ ਨੇ ਕਲਿਸਟੋ ਐਮਟੀ ਟਾਈਮਜ਼ ਨਿਊ ਰੋਮਨ, ਇਹ ਫੌਂਟ ਸਟਾਈਲ ਨੇ। ਰੈਗੂਲਰ, ਬੋਲਡ ਹੋ ਗਿਆ, ਇਟੈਲਿਕ ਹੋ ਗਿਆ, ਹਨਾ, ਇਹ ਸਾਈਜ਼ ਹੋ ਗਿਆ। ਤੇ ਇਹ ਅੱਗੇ ਆ ਗਿਆ, ਕੰਪਲੈਕਸ ਸਕ੍ਰਿਪਟ ਵੀ ਹੁੰਦੀਆਂ ਨੇ ਆਪਣੇ ਕੋਲੇ। ਇਸ ਤੋਂ ਬਾਅਦ ਆ ਗਏ ਇਫੈਕਟ। ਆਹ ਵਾਲੇ ਇਫੈਕਟ ਫੌਂਟ ਦੇ ਲੱਗਦੇ ਨੇ, ਇਹ ਯਾਦ ਰੱਖਣੇ ਨੇ ਆਪਾਂ। ਸਟ੍ਰਾਈਕ ਥਰੂ ਹੋ ਗਿਆ, ਡਬਲ ਸਟ੍ਰਾਈਕ ਥਰੂ, ਦੋ ਲਾਈਨਾਂ ਲਾ ਦਈਏ ਜੇ ਆਪਾਂ, ਹਨਾ, ਇਸ ਤਰ੍ਹਾਂ ਕਰਕੇ। ਸੁਪਰਸਕ੍ਰਿਪਟ, ਸਬਸਕ੍ਰਿਪਟ, ਸ਼ੈਡੋ, ਆਊਟਲਾਈਨ, ਇੰਬੋਜ਼, ਐਨਗ੍ਰੇਵ, ਸਮਾਲ ਕੈਪ, ਆਲ ਕੈਪ, ਹਿਡਨ, ਇਹ ਸਾਰੇ ਕੀ ਨੇ, ਇਫੈਕਟ ਨੇ। ਤਾਂ ਇਹੀ ਸਵਾਲ ਪੁੱਛਿਆ ਆਪਾਂ ਨੂੰ, ਸੁਪਰਸਕ੍ਰਿਪਟ, ਸਬਸਕ੍ਰਿਪਟ, ਸਟ੍ਰਾਈਕ ਥਰੂ, ਇਹ ਕੀ ਨੇ, ਕੀ ਫੌਂਟ ਸਟਾਈਲ ਨੇ, ਫੌਂਟ ਫਾਰਮੈਟ ਨੇ, ਜਾਂ ਫੌਂਟ ਇਫੈਕਟ ਨੇ। ਤਾਂ ਇਹ ਕੀ ਨੇ, ਫੌਂਟ ਇਫੈਕਟ ਨੇ। ਸਕਰੀਨਸ਼ਾਟ ਵਗੈਰਾ ਇਹਨਾਂ ਚੀਜ਼ਾਂ ਦਾ ਲੈਣਾ ਲੈ ਸਕਦੇ ਹੋ, ਪਿੱਛੇ ਕਰਕੇ ਵੀ ਵੀਡੀਓ ਤੁਸੀਂ ਦੇਖ ਸਕਦੇ ਹੋ, ਹਨਾ। ਸੋ ਇੰਪੋਰਟੈਂਟ ਨੇ ਚੀਜ਼ਾਂ। ਅਗਲਾ ਸਵਾਲ, ਇਹ ਵਰਡ ਇਨ ਏ ਵੈਬ ਪੇਜ ਦੈਟ ਵੈਨ ਕਲਿਕਡ ਓਪਨ ਅਨਦਰ ਡਾਕੂਮੈਂਟ। ਇੱਕ ਕਹਿੰਦਾ ਵੈਬ ਤੇ ਜਦੋਂ ਅਸੀਂ ਕਲਿੱਕ ਕਰੀਏ ਦੂਜਾ ਕੋਈ ਡਾਕੂਮੈਂਟ ਖੋਲਦੇ, ਉਹਨੂੰ ਕੀ ਬੋਲਦੇ ਆ, ਹੁਣੀ ਪੜ੍ਹ ਕੇ ਗਏ ਸੀ ਆਪਾਂ ਪਿੱਛੇ, ਤੁਹਾਨੂੰ ਯਾਦ ਹੋਵੇ, ਉਹਨੂੰ ਹਾਈਪਰ ਲਿੰਕ ਬੋਲਦੇ ਆ। ਐਂਕਰ ਨਹੀਂ ਹੁੰਦਾ ਉਹ, ਰੈਫਰੈਂਸ ਨਹੀਂ ਹੁੰਦਾ, URL। URL ਦੀ ਐਬਰੀਵੇਸ਼ਨ ਪੁੱਛ ਸਕਦਾ, ਯੂਨੀਫਾਰਮ ਰਿਸੋਰਸ ਲੋਕੇਟਰ। URL ਹੁੰਦਾ ਕੀ ਹੈ, ਜਿਵੇਂ ਆਪਾਂ ਕੰਪਲੀਟ ਪਾਥ ਦੇ ਦਈਏ ਕਿਸੇ ਵੈਬਸਾਈਟ ਦਾ, ਜਿਵੇਂ ਬਾਈਨਰੀ ਇੰਸਟਰਕਟਰ .org। ਤੇ ਇੱਕ ਆਪਣਾ ਕੋਈ ਵੀ ਕੋਰਸ, ਤੁਸੀਂ ਸਬ ਇੰਸਪੈਕਟਰ ਦਾ ਕੋਰਸ ਲੈ ਰਹੇ ਹੋ, ਸਬ ਇੰਸਪੈਕਟਰ, ਪੂਰਾ ਜਿਹੜਾ ਪਾਥ ਹੋਊਗਾ ਇਹਨੂੰ ਕੀ ਬੋਲਿਆ ਜਾਂਦਾ, URL। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜਿਹੜੇ ਬੰਦੇ ਸਬ ਇੰਸਪੈਕਟਰ ਦੇ ਲਈ ਜਾ ਰਹੇ ਨੇ, ਉਹਦੇ ਲਈ ਉਹਨਾਂ ਦੇ ਵਾਸਤੇ ਆਪਣੇ ਕੋਲੇ ਬਹੁਤ ਹੀ ਵਧੀਆ ਟੈਸਟ ਸੀਰੀਜ਼ ਹੈ, ਜਿਹਦੇ ਵਿੱਚ ਪੁਰਾਣੇ ਸਾਰੇ ਕੁਐਸਚਨ ਜਿੰਨੇ ਵੀ ਸਬ ਇੰਸਪੈਕਟਰ ਦੇ ਪੇਪਰ ਹੋਏ ਨੇ, ਉਹ ਸਾਰੇ ਪੇਪਰ ਉਹਦੇ ਵਿੱਚ ਚੈਪਟਰ ਵਾਈਜ਼, ਸੈਕਸ਼ਨ ਵਾਈਜ਼ ਤੇ ਈਅਰ ਵਾਈਜ਼ ਆਪਾਂ ਫਾਰਮੈਟ ਦੇ ਵਿੱਚ ਦਿੱਤੇ ਹੋਏ ਨੇ। ਹਰੇਕ ਸਵਾਲ 4 ਨੰਬਰ ਦਾ, ਨੈਗੇਟਿਵ ਮਾਰਕਿੰਗ ਵੀ ਹੈ, ਤੁਸੀਂ ਇੱਕ ਤੋਂ ਜ਼ਿਆਦਾ ਟਾਈਮ ਵੀ ਅਟੈਂਪਟ ਕਰ ਸਕਦੇ ਹੋ ਸਵਾਲ। ਠੀਕ ਹੈ, ਕਿਉਂਕਿ ਕਿਸੇ ਵੀ ਪੇਪਰ ਨੂੰ ਕਲੀਅਰ ਕਰਨ ਦੇ ਲਈ ਸਭ ਤੋਂ ਜ਼ਿਆਦਾ ਵਧੀਆ ਕਿਹਦੇ ਤੋਂ ਆਪਾਂ ਦੇਖ ਸਕਦੇ ਹਾਂ, ਪੁਰਾਣੇ ਕੁਐਸਚਨਾਂ ਤੋਂ। ਸੋ ਅਸੀਂ ਸਿਰਫ ਇਕੱਲੇ ਪੁਰਾਣੇ ਕੁਐਸਚਨ ਹੀ ਪਾਏ ਨੇ, ਅਸੀਂ ਐਵੇਂ ਹੀ ਚੱਕ ਚੁੱਕ ਕੇ ਇਧਰੋਂ ਚੱਕ ਕੇ ਹੋਰ ਪਾਤੇ, SSC ਦੇ ਪਾਤੇ, ਦੂਜੇ ਪਾਤੇ, ਉਹ ਨਹੀਂ ਪਾਏ। ਕਿਉਂ ਨਹੀਂ ਪਾਏ, ਉਹਦਾ ਕਾਰਨ ਹੈ, ਐਵੇਂ ਸਮਾਂ ਆਪਾਂ ਖਰਾਬ ਕਰੀ ਜਾਈਏ, ਉਹ ਪੇਪਰ ਦਾ ਲੈਵਲ ਉਹਦੇ ਨਾਲ ਮੈਚ ਨਾ ਕਰਦਾ ਹੋਵੇ। ਜਿਵੇਂ TCS ਨੇ ਪੇਪਰ ਲੈਣਾ ਇਸ ਵਾਰੀ, 2021 ਵਾਲਾ ਵੀ ਕਿਹਨੇ ਲਿਆ ਸੀ, TCS ਨੇ। ਤਾਂ ਪਹਿਲਾਂ ਆਪਾਂ ਨੂੰ ਪੁਰਾਣੇ ਕੁਐਸਚਨ ਜਿਹੜੇ ਇਸ ਪੇਪਰ ਦੇ ਨੇ ਉਹ ਕਰਨ ਦਾ ਹੀ ਫਾਇਦਾ। ਐਵੇਂ ਆਪਾਂ 2000 5000 ਟੈਸਟ ਤੁਹਾਨੂੰ ਕਹਿ ਕੇ ਮਿਸਗਾਈਡ ਕਰੀਏ, ਉਹਦਾ ਕੋਈ ਫਾਇਦਾ ਨਹੀਂ। ਅੱਜ ਤੱਕ ਨਾ ਅਸੀਂ ਮਿਸਗਾਈਡ ਕੀਤਾ ਤੇ ਨਾ ਅਸੀਂ ਕਰਨਾ। ਠੀਕ ਹੈ, ਸੋ ਤੁਸੀਂ ਜੇਕਰ ਉਹ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੋ ਤਾਂ ਇਹਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੋਂ ਜਾ ਕੇ ਲੈ ਸਕਦੇ ਹੋ। ਜਾਂ ਤੁਸੀਂ ਮੈਨੂੰ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ
ਮੈਸੇਜ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ 9465 90346। ਸੋ ਜਿਵੇਂ ਲਿੰਕ ਤੇ ਆਪਾਂ ਕਲਿੱਕ ਕਰਦੇ ਆ, ਇਹ ਕਲਿੱਕੇਬਲ ਲਿੰਕ ਹੁੰਦਾ, ਇਹਨੂੰ ਕੀ ਬੋਲਿਆ ਜਾਂਦਾ ਹੈ? ਆ ਦੇਖੋ ਸਾਰੇ ਇਹ ਕੀ ਨੇਗੇ ਆਪਣੇ ਕੋਲੇ ਹਾਈਪਰ ਲਿੰਕਸ ਨੇ। ਇਹਦੇ ਨਾਲ ਆਪਾਂ ਨੈਕਸਟ ਪੇਜ ਤੇ ਮੂਵ ਕਰ ਸਕਦੇ ਹਾਂ। ਅਗਲਾ ਸਵਾਲ, ਮਲਟੀਮੀਡੀਆ ਆਲ ਆਫ ਦੀ ਫੋਲੋਇੰਗ ਐਕਸੈਪਟ। ਇਹ ਵੀ ਬਹੁਤ ਵਧੀਆ ਸਵਾਲ ਹੈ, ਕਾਫੀ ਬੱਚਿਆਂ ਨੂੰ ਇਹਦੇ ਵਿੱਚ ਡਾਊਟ ਆਉਂਦਾ ਵੀ ਹੇਠ ਲਿਖਿਆਂ ਚੋਂ ਕਿਹੜਾ ਮਲਟੀਮੀਡੀਆ ਨਹੀਂ ਹੈ, ਜਾਂ ਸਾਰੇ ਮਲਟੀਮੀਡੀਆ ਨੇ ਐਕਸੈਪਟ ਕਿਹਨੂੰ ਛੱਡ ਕੇ। ਐਕਸੈਪਟ ਦਾ ਮਤਲਬ ਕਿਹੜੇ ਤੋਂ ਬਿਨਾ? ਮੈਮਰੀ, ਸਾਈਟ, ਸਾਊਂਡ, ਇਮੇजेस। ਆਪਾਂ ਮਲਟੀਮੀਡੀਆ ਪੜ੍ਹ ਲੈਂਦੇ, ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਮਲਟੀਮੀਡੀਆ ਰੈਫਰਸ ਟੂ ਦੀ ਯੂਜ਼ ਆਫ ਮਲਟੀਪਲ ਫਾਰਮਸ ਆਫ ਮੀਡੀਆ, ਇੱਕ ਤੋਂ ਜ਼ਿਆਦਾ ਫਾਰਮਸ ਮੀਡੀਆ ਦੀਆਂ, such as text, image, video and sound in a single presentation or application। ਇੱਕ ਕਿਸੇ ਸਿੰਗਲ ਪ੍ਰੈਜੈਂਟੇਸ਼ਨ ਦੇ ਵਿੱਚ ਜੇਕਰ ਇਹ ਸਾਰੀਆਂ ਚੀਜ਼ਾਂ ਨੇ, ਜਿਵੇਂ ਟੈਕਸਟ ਵੀ ਹੈ, ਇਮੇਜ ਵੀ ਹੈ, ਵੀਡੀਓ ਵੀ ਹੈ, ਸਾਊਂਡ ਵੀ, ਇਹਨੂੰ ਕੀ ਬੋਲਦੇ ਆਪਾਂ? ਮਲਟੀਮੀਡੀਆ। ਈਚ ਆਫ ਦਾ ਆਪਸ਼ਨ ਗਿਵਸ ਸਟਿਮੂਲੇਟਸ ਏ ਪਰਟੀਕੂਲਰ ਸੈਂਸ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿਸੇ ਸੈਂਸ ਨੂੰ ਸਟਿਮੂਲੇਟ ਕਰਦੇ ਆ। ਸਟਿਮੂਲੇਟ ਕਰਨਾ, ਉਤੇਜਿਤ ਕਰਨਾ। ਜਿਵੇਂ ਆਪਾਂ ਦੇਖੀਏ ਵੀ ਸਾਈਟ ਕਿਸ ਨੂੰ ਸਟਿਮੂਲੇਟ ਕਰਦਾ? ਸਾਈਟ ਬਣੇ ਦੇਖਣਾ, ਵਿਜ਼ਨ, ਸਾਈਟ ਵਿਜ਼ਨ ਨੂੰ ਸਟਿਮੂਲੇਟ ਕਰਦਾ ਹੈ ਨਾ। ਆਪਾਂ ਕਹਿੰਦੇ ਵੀ ਸਾਈਟ ਜ਼ਿਆਦਾ ਵਧੀਆ, ਕਿਸੇ ਸਾਈਟ ਤੇ ਆਪਾਂ ਫੋਟੋਆਂ ਕਰਾਉਣੇ ਆ, ਉਹ ਵਿਜ਼ਨ ਨੂੰ ਸਟਿਮੂਲੇਟ ਕਰਦਾ। ਸਾਊਂਡ ਕਾਸ ਨੂੰ ਸਟਿਮੂਲੇਟ ਕਰਦਾ, ਹੀਅਰਿੰਗ ਨੂੰ, ਸੁਣਨਾ, ਆਵਾਜ਼ ਆ ਰਹੀ ਹੈ। ਤੇ ਇਮੇਜ ਤੋਂ ਸਾਨੂੰ ਕੀ ਮਿਲਦਾ? ਵਿਜ਼ੂਅਲ ਪਰਸੈਪਸ਼ਨ ਮਿਲਦੀ ਹੈ। ਬਟ ਆਪਾਂ ਨੂੰ ਜਿਹੜੇ ਕੁਐਸਚਨ ਦੇ ਵਿੱਚ ਮੈਮਰੀ ਕਿਹਾ ਗਿਆ ਹੋਇਆ, ਮੈਮਰੀ ਜਿਹੜਾ ਹੈ ਡਾਇਰੈਕਟਲੀ ਸਟਿਮੂਲੇਟ ਨਹੀਂ ਕਰਦਾ ਕਿਸੇ ਚੀਜ਼ ਨੂੰ। ਡਾਇਰੈਕਟਲੀ ਡਜ਼ ਨਾਟ ਸਟਿਮੂਲੇਟ ਡਾਇਰੈਕਟਲੀ ਮੈਮਰੀ। ਜਾਂ ਆਪਾਂ ਕਹਿ ਸਕਦੇ ਹਾਂ ਵੀ ਮਲਟੀਮੀਡੀਆ ਡਾਇਰੈਕਟਲੀ ਮੈਮਰੀ ਨੂੰ ਥੋੜੀ ਸਟਿਮੂਲੇਟ ਕਰਦਾ ਹੈ। ਹਾਂ, ਮੈਮਰੀ ਦੀ ਇੱਕ ਐਬਿਲਿਟੀ ਹੈ ਟੂ ਰਿਕਾਲ ਐਂਡ ਰਿਟੇਨ ਦੀ ਇਨਫੋਰਮੇਸ਼ਨ, ਜਾਂ ਰਿਟੇਨ ਐਂਡ ਰਿਕਾਲ ਦੀ ਇਨਫੋਰਮੇਸ਼ਨ। ਸੋ ਇਸ ਕਰਕੇ ਜਿਹੜਾ ਮੈਮਰੀ ਹੈ ਡਾਇਰੈਕਟਲੀ ਇਸ ਨੂੰ ਸਟਿਮੂਲੇਟ ਨਹੀਂ ਕਰਦਾ, ਤਾਂ ਇਹ ਇਹਦਾ ਪਾਰਟ ਨਹੀਂ। ਫਿਰ ਇਹਦਾ ਆਨਸਰ ਇਹ ਆ। ਅਗਲਾ ਸਵਾਲ, ਡਾਕਟਰ ਸੋਲੋਮਨ ਐਂਡ ਮਿਕੈਸੇ ਆਰ ਪੋਪੂਲਰ। ਇਹ ਕੀ ਨੇ? ਮਿਕੈਸੇ ਦਾ ਸ਼ਾਇਦ ਤੁਸੀਂ ਸੁਣਿਆ ਹੋਵੇ, ਡਾਕਟਰ ਸੋਲੋਮਨ ਨਹੀਂ ਦੇਖਿਆ। ਕੀ ਇਹ ਵਾਇਰਸ ਨੇ, ਆਪਰੇਟਿੰਗ ਸਿਸਟਮ ਨੇ, ਡਾਕਟਰਾਂ ਦੇ ਨੇਮ ਨੇ, ਐਂਟੀਵਾਇਰਸ ਨੇ? ਇਹ ਡਾਕਟਰਾਂ ਦੇ ਨੇਮ ਨਹੀਂ ਹੈਗੇ, ਠੀਕ ਹੈ, ਕਿਉਂਕਿ ਕੰਪਿਊਟਰ ਸਬਜੈਕਟ ਚੱਲ ਰਿਹਾ। ਡਾਕਟਰਾਂ ਦੇ ਨੇਮਾਂ ਦਾ ਕੀ ਮਤਲਬ ਹੋਇਆ? ਆਪਰੇਟਿੰਗ ਸਿਸਟਮ ਨਹੀਂ ਹੈਗੇ, ਇਹ ਵਾਇਰਸ ਨਹੀਂ ਹੈਗੇ, ਤਾਂ ਇਹ ਐਂਟੀਵਾਇਰਸ ਨੇ। ਤਾਂ ਐਂਟੀਵਾਇਰਸ ਦੀ ਮੈਂ ਤੁਹਾਨੂੰ ਲਿਸਟ ਦੇ ਦੇਣਾ, ਇਹਦੇ ਚ ਪੁੱਛਿਆ ਜਾ ਸਕਦਾ ਹੈ ਅਵਾਸਟ, ਅਬੀਰਾ, ਏਵੀਜੀ, ਬਿਟ ਡਿਫੈਂਡਰ, ਡਾਕਟਰ ਵੈਬ, ਡਾਕਟਰ ਸੋਲੋਮਨ, ਐਫਸਕਿਓਰ, ਕੈਸਪਰਸਕਾਈ, ਮਿਕੈਫੇ, ਨੋਰਟਨ, ਪਾਂਡਾ, ਕੁਇਕ ਹੀਲ, ਵਿੰਡੋ ਡਿਫੈਂਡਰ। ਵਿੰਡੋ ਡਿਫੈਂਡਰ ਹੈ ਨਾ ਜਿਹੜਾ, ਇਹ ਬਾਈ ਡਿਫਾਲਟ ਹੁੰਦਾ ਮਾਈਕਰੋਸਾਫਟ ਵਿੰਡੋ ਦੇ ਵਿੱਚ। ਇਹ ਵੀ ਗੱਲ ਯਾਦ ਰੱਖਣੀ ਹੈ ਤੁਸੀਂ, ਠੀਕ ਹੈ। ਸੋ ਬਣ ਸਕਦਾ ਸਵਾਲ। ਅਗਲਾ, the process of transferring information from computer to server on internet is called। ਮੰਨ ਲਓ ਇਹ ਤੁਹਾਡਾ ਕੰਪਿਊਟਰ ਹੈ, ਪੀਸੀ। ਪੀਸੀ ਦਾ ਮਤਲਬ ਹੁੰਦਾ ਪਰਸਨਲ ਕੰਪਿਊਟਰ, ਇਹ ਹੈਗਾ ਸਰਵਰ, ਠੀਕ ਹੈ। ਕੋਈ ਪੁੱਛ ਕੀ ਰਿਹਾ? ਟ੍ਰਾਂਸਫਰਿੰਗ ਦਾ ਇਨਫੋਰਮੇਸ਼ਨ ਫਰੋਮ ਕੰਪਿਊਟਰ, ਇੱਥੋਂ ਲੈ ਕੇ ਇੱਥੋਂ ਤੱਕ ਇਨਫੋਰਮੇਸ਼ਨ ਨੂੰ ਲੈ ਕੇ ਜਾਣਾ, ਇਹਨੂੰ ਕੀ ਬੋਲਦੇ ਆ? ਕੀ ਇਹ ਇਨਪੁਟਿੰਗ ਹੈ? ਬਿਲਕੁਲ ਨਹੀਂ ਹੈ। ਅਪਲੋਡਿੰਗ ਹੋ ਸਕਦਾ ਹੈ, ਡਾਊਨਲੋਡਿੰਗ ਹੋ ਸਕਦਾ ਹੈ, ਸਟੋਰਿੰਗ ਨਹੀਂ ਹੈ। ਵੈਸੇ ਤਾਂ ਲੱਗਦਾ ਹੀ ਸਟੋਰ ਹੀ ਕਰ ਰਹੇ ਆ। ਸਟੋਰ ਹੁੰਦਾ ਆਪਣੇ ਕੰਪਿਊਟਰ ਦੇ ਵਿੱਚ, ਮੈਮਰੀ ਦੇ ਵਿੱਚ ਸੇਵ ਕਰਨਾ, ਕਿਸੇ ਹੋਰ ਕੰਪਿਊਟਰ ਦੇ ਵਿੱਚ ਲੈ ਕੇ ਜਾਣਾ। ਇਹ ਹੈ ਅਪਲੋਡਿੰਗ। ਜਿਵੇਂ ਆਪਾਂ ਮੇਲ ਅਪਲੋਡ ਕਰਦੇ ਆ, ਮੇਲ ਜਾਂ ਫੋਟੋ ਅਪਲੋਡ ਕਰਦੇ ਆ ਨੈਟ ਤੇ, ਇਹ ਅਪਲੋਡਿੰਗ ਹੈ। ਜੇ ਸਰਵਰ ਤੋਂ ਇੱਥੇ ਲੈ ਕੇ ਆਵਾਂਗੇ ਤਾਂ ਇਹ ਕੀ ਹੋ ਜੂ? ਡਾਊਨਲੋਡਿੰਗ। ਇਹ ਯਾਦ ਰੱਖਣਾ ਹੈ, ਬੜਾ ਸੌਖਾ ਸਵਾਲ ਹੈ। ਤਾਂ ਮੈਨੂੰ ਲੱਗਦਾ ਫਿਰ ਬੀ ਹੋਣਾ ਚਾਹੀਦਾ, ਬਿਲਕੁਲ ਬੀ ਆਨਸਰ ਹੈ। ਅਗਲਾ ਸਵਾਲ, ਵਿਚ ਟਾਈਪ ਆਫ ਮੈਮਰੀ ਇਜ਼ ਇਨ ਪੈਨ ਡਰਾਈਵ। ਦੇਖੋ ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ, ਮੈਮਰੀ ਹਾਇਰਾਰਕੀ ਦੇ ਵਿੱਚੋਂ ਪੁੱਛਿਆ ਜਾਂਦਾ। ਮੈਂ ਬੜਾ ਡਿਟੇਲ ਦੇ ਵਿੱਚ ਕਰਾਇਆ ਹੋਇਆ ਮੈਮਰੀ ਵਾਲੇ ਚੈਪਟਰ ਦੇ ਵਿੱਚ, ਥੋੜਾ ਬਹੁਤ ਹੁਣ ਵੀ ਦੱਸ ਦਿੰਨਾ। ਜਿਵੇਂ ਮੈਮਰੀ ਹਾਇਰਾਰਕੀ ਹੈ, ਸਭ ਤੋਂ ਉੱਪਰ ਟੌਪ ਤੇ ਰਜਿਸਟਰ ਹੈ ਆਪਣੇ ਕੋਲੇ, ਕੈਸ਼ੇ ਮੈਮਰੀ, ਰੈਮ ਤੇ ਇਲੈਕਟ੍ਰੋਨਿਕ ਔਰ ਫਲੈਸ਼ ਮੈਮਰੀ। ਇਲੈਕਟ੍ਰੋਨਿਕ ਵੀ ਬੋਲਦੇ ਆ, ਫਲੈਸ਼ ਵੀ। ਇਹਦੀਆਂ ਕਿਹੜੀਆਂ ਟਾਈਪ ਨੇ? ਐਸਐਸਡੀ ਐਬਰੀਵੇਸ਼ਨ ਪੁੱਛੀ ਜਾ ਸਕਦੀ ਹੈ। ਸੋਲਿਡ ਸਟੇਟ ਡਰਾਈਵ ਨਵੇਂ ਬੰਦਿਆਂ ਵਾਸਤੇ ਦੱਸ ਰਿਹਾ, ਪੁਰਾਣਿਆਂ ਨੂੰ ਸਾਰਿਆਂ ਨੂੰ ਪਤਾ ਹੈ। ਮੈਮਰੀ ਕਾਰਡ, ਐਸਡੀ ਹੁੰਦਾ, ਸਿਕਿਉਰ ਡਿਜੀਟਲ ਕਾਰਡ। ਇਹ ਪਿਛਲੀ ਵਾਰੀ ਸ਼ਾਇਦ ਇੰਟੈਲੀਜੈਂਸ ਵਾਲੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਵੀ ਐਸਡੀ ਦੀ ਕੀ ਐਬਰੀਵੇਸ਼ਨ ਹੈ। ਸਿਕਿਉਰ ਡਿਜੀਟਲ ਕਾਰਡ, ਪੈਨ ਡਰਾਈਵ। ਹਾਂ, ਇੱਕ ਚੀਜ਼ ਹੋਰ ਦੱਸਣਾ ਚਾਹਣਾ, ਐਬਰੀਵੇਸ਼ਨ ਦੇ ਵਿੱਚ ਆਪਾਂ ਇੱਕ ਐਬਰੀਵੇਸ਼ਨ ਮੈਰਾਥਨ ਦੇ ਵਿੱਚ ਨਾ ਇੱਕ ਆਪਣੀ ਐਬਰੀਵੇਸ਼ਨ ਮੈਰਾਥਨ ਵੀ ਹੈ, ਉਹ ਵੀ ਤੁਸੀਂ ਜ਼ਰੂਰ ਜਾ ਕੇ ਦੇਖਿਓ, ਕਿਉਂਕਿ ਇੱਕ ਸਵਾਲ ਹੈ ਜਿਹੜਾ ਐਬਰੀਵੇਸ਼ਨ ਦੇ ਵੀ ਪੁੱਛ ਲਿਆ ਜਾਂਦਾ। ਇਲੈਕਟ੍ਰੋਨਿਕ ਤੇ ਫਲੈਸ਼ ਪੈਨ ਡਰਾਈਵ ਨੂੰ ਬੋਲਦੇ ਆ, ਠੀਕ ਹੈ। ਉਵੇਂ ਹੀ ਮੈਗਨੈਟਿਕ ਡਿਸਕ ਦੇ ਵਿੱਚ ਫਲੋਪੀ, ਜਿਪ ਤੇ ਹਾਰਡ ਡਿਸਕ, ਆਪਟੀਕਲ ਦੇ ਵਿੱਚ ਸੀਡੀ, ਡੀਵੀਡੀ, ਬਲੂ-ਰੇ। ਇਹਨਾਂ ਬਾਰੇ ਡਿਟੇਲ ਤੁਸੀਂ ਜਾਨਣਾ ਚਾਹੁੰਦੇ ਹੋ, ਮੈਂ ਮੈਮਰੀ ਵਾਲੇ ਵਿੱਚ ਕਰਾਇਆ ਹੋ, ਇੱਥੇ ਮੈਂ ਜ਼ਿਆਦਾ ਨਹੀਂ ਕਰਾਉਂਗਾ। ਨਹੀਂ, ਨੈਕਸਟ ਪਾਰਟ ਦੇ ਵਿੱਚ ਜੇ ਕੁਐਸਚਨ ਉਵੇਂ ਦਾ ਹੈ ਉਹ 'ਚ ਮੈਂ ਕਰਾ ਦੂੰਗਾ। ਕਮੈਂਟ ਕਰਕੇ ਦੱਸਿਓ ਮੈਨੂੰ ਜ਼ਿਆਦਾ ਡਿਟੇਲ ਚਾਹੀਦੀ ਹੈ, ਮੈਂ ਨੈਕਸਟ ਪਾਰਟ 'ਚ ਕਰਾ ਦੂੰਗਾ। ਮੈਗਨੈਟਿਕ ਟੇਪ ਦੇ ਵਿੱਚ ਕੈਸਟ, ਵੀਸੀਆਰ, ਵੀਡੀਓ ਕੈਸਟ ਰਿਕਾਰਡਰ। ਉੱਪਰ ਨੂੰ ਸਪੀਡ ਜ਼ਿਆਦੇ ਆ, ਹਾਈ ਸਪੀਡ, ਨੀਚੇ ਨੂੰ ਸਪੀਡ ਘਟਦੀ ਆ। ਪਹਿਲੀਆਂ 2-3 ਮੈਮਰੀਜ਼ ਨੇ ਜਿਹੜੀਆਂ ਵੋਲਾਟਾਈਲ ਨੇ। ਵੋਲਾਟਾਈਲ ਦਾ ਮਤਲਬ ਜਦੋਂ ਹੀ ਪਾਵਰ ਬੰਦ ਕਰਦੇ ਆ ਇਹ ਵਿਹਲੀਆਂ ਹੋ ਜਾਂਦੀਆਂ ਨੇ, ਖਾਲੀ ਹੋ ਜਾਂਦੀਆਂ ਨੇ। ਤਾਂ ਲਾਸਟ ਵਾਲੀਆਂ ਜਿਹੜੀਆਂ ਰਹਿ ਗਈਆਂ ਉਹ ਕੀ ਨੇ? ਨਾਨ ਵੋਲਾਟਾਈਲ ਨੇ। ਸਾਰੀਆਂ ਮੈਮਰੀਜ਼ ਰੈਂਡਮ ਐਕਸੈਸ ਨੇ ਲਾਸਟ ਵਾਲੀ ਨੂੰ ਛੱਡ ਕੇ। ਇਹ ਕੀ ਹੈ?
ਰੈਂਡਮ ਐਕਸੈਸ ਨਹੀਂ ਹੈ, ਇਹ ਸੀਰੀਅਲ ਐਕਸੈਸ ਹੈ। ਰੈਂਡਮ ਐਕਸੈਸ ਦਾ ਮਤਲਬ ਕਿਤੋਂ ਵੀ ਮੈਮਰੀ ਨੂੰ ਆਪਾਂ ਐਕਸੈਸ ਕਰ ਸਕਦੇ ਹਾਂ। ਸੀਰੀਅਲ ਐਕਸੈਸ ਦਾ ਮਤਲਬ ਸੀਕੁਐਂਸ ਦੇ ਵਿੱਚ, ਜਿਵੇਂ ਕੈਸਟਾਂ ਦੇ ਵਿੱਚ ਆਪਾਂ ਗਾਣੇ ਸੁਣਦੇ ਸੀ ਵੀਸੀਆਰ 'ਚ, ਇੱਕ ਇੱਕ ਕਰਕੇ ਹੁੰਦਾ ਸੀਗਾ, ਪਹਿਲਾ ਗਾਣਾ ਫਿਰ ਦੂਜਾ ਤੀਜਾ। ਉੱਪਰ ਨੂੰ ਕਾਸਟਲੀ ਹੈ, ਨੀਚੇ ਨੂੰ ਕਾਸਟ ਘਟਦੀ ਆ, ਉੱਪਰ ਨੂੰ ਸਾਈਜ਼ ਜਿਹੜਾ ਹੈ ਛੋਟਾ, ਨੀਚੇ ਨੂੰ ਵੱਡਾ ਹੈ। ਸਕਰੀਨਸ਼ਾਟ ਲੈਣਾ ਲੈ ਸਕਦੇ ਹੋ, ਨਹੀਂ ਮੈਮਰੀ ਵਾਲਾ ਚੈਪਟਰ ਦੇਖੋ, ਉੱਥੇ ਮੈਂ ਡਿਟੇਲ 'ਚ ਕਰਾਇਆ ਹੋਇਆ। ਸੋ ਫਿਰ ਆਪਾਂ ਗੱਲ ਕਰ ਰਹੇ ਸੀ ਪੈਨ ਡਰਾਈਵ ਦੀ, ਤਾਂ ਇਹਨੂੰ ਫਲੈਸ਼ ਮੈਮਰੀ ਕਿਹਾ ਜਾਂਦਾ। ਠੀਕ ਹੈ, ਅਗਲਾ ਸਵਾਲ ਕਹਿੰਦਾ ਵਟ ਟਾਈਪ ਆਫ ਕੰਪਿਊਟਰ ਕੁਡ ਬੀ ਫਾਊਂਡ ਇਨ ਡਿਜੀਟਲ ਵਾਚ। ਇਹ ਵੀ ਕੁਐਸਚਨ ਇੰਪੋਰਟੈਂਟ ਹੈ। ਡਿਜੀਟਲ ਵਾਚ ਦੇ ਵਿੱਚ, ਡਿਜੀਟਲ ਘੜੀਆਂ ਦੇ ਵਿੱਚ ਕਿਹੜਾ ਕੰਪਿਊਟਰ ਪਾਇਆ ਜਾਂਦਾ, ਜਾਂ ਉਹ ਕੰਪਿਊਟਰ ਨੂੰ ਕੀ ਕਿਹਾ ਜਾਂਦਾ? ਮੇਨ ਫਰੇਮ ਨਹੀਂ ਹੁੰਦਾ, ਸੁਪਰ ਕੰਪਿਊਟਰ ਨਹੀਂ ਹੁੰਦਾ, ਨੋਟਬੁੱਕ ਨਹੀਂ ਹੁੰਦਾ, ਐਮਬੈਡਡ। ਤਾਂ ਐਮਬੈਡਡ ਕੰਪਿਊਟਰ ਹੁੰਦਾ ਕੀ ਹੈ? ਆਨਸਰ ਸੀ ਹੈ, embedded computer is a computer platform that are purpose built for single software control task। ਉਹ ਵਾਲਾ ਕੰਪਿਊਟਰ ਜਿਹਦੇ ਵਿੱਚ ਹਾਰਡਵੇਅਰ ਤੇ ਸੌਫਟਵੇਅਰ ਇਕੱਠੇ ਐਮਬੈਡ ਕੀਤੇ ਹੋਏ ਨੇ, ਤੇ ਉਹਦਾ ਇੱਕ ਸਿੰਗਲਟਨ ਫੰਕਸ਼ਨ ਹੈ। ਜਿਵੇਂ ਏਟੀਐਮ ਮਸ਼ੀਨ ਹੈ, ਉਹਦਾ ਕੀ ਫੰਕਸ਼ਨ ਹੈ? ਪੈਸੇ ਕਢਾਉਣੇ। ਕੋਈ ਸਿੰਗਲ ਸਪੈਸੀਫਿਕ ਫੰਕਸ਼ਨ ਹੁੰਦਾ, ਰੈਪੀਟਲੀ ਉਹੀ ਕੰਮ ਕਰਦਾ ਉਹ। ਜਿਵੇਂ ਇਲੈਕਟ੍ਰੋਨਿਕ ਵਾਚ ਨੇ, ਇਲੈਕਟ੍ਰੋਨਿਕ ਵਾਚ ਕਿੱਥੇ ਜੇ? ਡਿਜੀਟਲ ਵਾਚ ਹੋ ਗਈਆਂ। ਠੀਕ ਹੈ, ਇਲੈਕਟ੍ਰੋਨਿਕ ਵਹੀਕਲ ਚਾਰਜਿੰਗ ਸਟੇਸ਼ਨ, ਉਹਨਾਂ ਨੇ ਇੱਕੋ ਹੀ ਕੰਮ ਕਰਨਾ, ਤਾਂ ਉਹ ਕਿਹੜੇ ਹੁੰਦੇ ਨੇ? ਐਮਬੈਡਡ ਕੰਪਿਊਟਰ ਹੁੰਦੇ ਨੇ। ਕਲੀਅਰ? ਅਗਲਾ ਸਵਾਲ ਕਹਿੰਦਾ ਮੂਵਮੈਂਟ ਆਫ ਸਿਗਨਲ ਬਿਟਵੀਨ CPU ਐਂਡ ਇਨਪੁਟ ਆਊਟਪੁੱਟ ਡਿਵਾਈਸ ਕੌਣ ਕੰਟਰੋਲ ਕਰਦਾ? ਇਹ ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਹਾਂ। CPU ਦੇ ਪਾਰਟਸ ਜੇ ਮੈਂ ਪੜ੍ਹੇ ਸੀ ਨਾ, CPU ਦੇ ਪਹਿਲਾ ਪਾਰਟ ਸੀ ਕੰਟਰੋਲ ਯੂਨਿਟ, ਦੂਜਾ ਸੀਗਾ ਅਰਥਮੈਟਿਕ ਲੌਜਿਕ ਯੂਨਿਟ, ਤੀਸਰਾ ਸੀਗਾ ਮੈਮਰੀ ਯੂਨਿਟ, ਤਾਂ ਇਹਨੂੰ ਸੀਗਾ ਆਪਾਂ ਕਿਹਾ ਸੀ ਰਜਿਸਟਰ, ਤੇ ਫਰਦਰ ਕੈਸ਼ੇ। ਠੀਕ ਹੈ, ਤਾਂ CPU ਦਾ ਵਿੱਚ ਜਿਹੜਾ ਕੰਟਰੋਲ ਯੂਨਿਟ ਹੈ, ਤਾਂ ਇਸ ਨੇ ਕੰਟਰੋਲ ਕਰਨਾ ਮੂਵਮੈਂਟ ਨੂੰ, ਇਹ ਕੋਈ ਕੰਮ ਨਹੀਂ ਕਰਦਾ, ਸੁਪਰਵਾਈਜ਼ ਕਰਦਾ। ਤਾਂ ਫਿਰ ਇਹਨੂੰ ਆਪਾਂ ਕੀ ਕਰਾਂਗੇ? ਬੀ ਆਨਸਰ ਹੈ। ਆ ਦੇਖੋ, ਆ ਜਿਹੜਾ ਸਿਗਨਲ ਵਗੈਰਾ ਇਨਪੁਟ ਵਗੈਰਾ ਹੋ ਰਹੀ ਹੈ, ਸਾਰੀ ਇਹ ਕਿਹਦਾ ਕੰਮ ਹੈ? ਕੰਟਰੋਲ ਯੂਨਿਟ ਦਾ, ਇਹ ਵਾਲੇ ਯੂਨਿਟ ਦਾ ਕੰਮ ਹੈ। ਕਲੀਅਰ ਹੋਈ ਗੱਲ? ਸੋ ਇਹਦਾ ਆਨਸਰ ਹੈਗਾ ਬੀ, ਕੰਟਰੋਲ ਯੂਨਿਟ। ਸੋ ਇਹ ਸੀਗੇ ਸਾਰੇ ਜਿਹੜੇ ਕੁਐਸਚਨ ਸੀ ਪੰਜਾਬ ਪਟਵਾਰੀ ਪ੍ਰੀ 2021 ਦੇ ਵਿੱਚ ਆਏ ਹੋਏ ਸੀ। ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਜਿਹੜੇ ਮੇਨ ਦੇ ਵਿੱਚ ਆਏ ਹੋਏ ਨੇ। ਇਸ ਤੋਂ ਬਿਨਾਂ ਜੇਕਰ ਤੁਸੀਂ ਕੋਈ ਹੋਰ ਟੌਪਿਕ ਚਾਹੁੰਦੇ ਹੋ ਕਰਵਾਇਆ ਜਾਵੇ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ, ਉਹ ਵੀ ਆਪਾਂ ਦੇਖਾਂਗੇ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰੋ, ਤੇ ਮਿਹਨਤ ਤੁਸੀਂ ਕਰ ਰਹੇ ਹੋ, ਮੈਂ ਵੀ ਤੁਹਾਡੇ ਨਾਲ ਮਿਹਨਤ ਕਰੂੰਗਾ, ਪਰ ਆਪਾਂ ਨੂੰ ਥੋੜੀ ਜਿਹੀ ਲੋੜ ਹੈ ਕਿ ਆਪਾਂ ਥੋੜਾ ਜਿਹਾ ਗਰੋ ਕਰੀਏ, ਕਿਉਂਕਿ ਮੋਟੀਵੇਸ਼ਨ ਹੁੰਦਾ ਇਹਨਾਂ ਚੀਜ਼ਾਂ ਤੋਂ ਮਿਲਦਾ ਆਪਾਂ ਨੂੰ, ਹਨਾ। ਜਿੰਨੇ ਬੰਦੇ ਜ਼ਿਆਦਾ ਜੁੜਨਗੇ, ਉਨਾ ਹੀ ਆਪਾਂ ਇਹਨਾਂ ਚੀਜ਼ਾਂ ਨੂੰ ਹੋਰ ਜ਼ਿਆਦਾ ਮੋਟੀਵੇਸ਼ਨ ਦੇ ਨਾਲ ਕਰਾਂਗੇ। ਠੀਕ ਹੈ, ਬਾਕੀ ਤੁਸੀਂ ਕੋਈ ਵੀ ਗਾਈਡੈਂਸ ਲੈਣਾ ਚਾਹੁੰਦੇ ਹੋ, ਜੇਕਰ ਤੁਹਾਨੂੰ ਲੱਗਦਾ ਵੀ ਅਸੀਂ ਸਟ੍ਰੈਸ ਫੀਲ ਕਰ ਰਹੇ ਹਾਂ, ਤਾਂ ਸਾਡੇ ਨੰਬਰ ਤੇ ਤੁਸੀਂ ਮੈਸੇਜ ਕਰਕੇ ਟਾਈਮ ਲੈ ਸਕਦੇ ਹੋ। ਸਾਡੀ ਟੀਮ ਹੈ ਜਿਹੜੀ ਤੁਹਾਨੂੰ ਥੋੜਾ ਬਹੁਤ ਗਾਈਡ ਕਰ ਦਊਗੀ, ਤੁਹਾਨੂੰ ਮੋਟੀਵੇਟ ਕਰ ਦਾਂਗੇ। ਪੇਪਰ ਦੀ ਤਿਆਰੀ ਕਿਵੇਂ ਕਰਨੀ ਹੈ, ਇਹਨਾਂ ਚੀਜ਼ਾਂ ਦੇ ਲਈ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਤੁਹਾਨੂੰ ਥੋੜਾ ਬਹੁਤ ਮੋਟੀਵੇਟ, ਜਿੰਨਾ ਅਸੀਂ ਕਰ ਸਕਦੇ ਉਹਨਾਂ ਅਸੀਂ ਕਰ ਦਾਂਗੇ। ਥੈਂਕ ਯੂ।